ਸਤਿ ਸ਼੍ਰੀ ਅਕਾਲ ਜੀ। ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸ਼ੇਖਰ ਰਾਏ। ਅੱਜ ਤੁਹਾਡੇ ਨਾਲ ਇਮੀਗ੍ਰੇਸ਼ਨ ਸੰਬੰਧੀ ਕੁਝ ਖਾਸ ਗੱਲਾਂ ਬਾਤਾਂ ਲੈ ਕੇ ਹਾਜ਼ਰ ਹੋਏ ਹਾਂ ਤੇ ਇਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਸਟੱਡੀ ਵੀਜ਼ਾਜ਼ ਕਿੱਥੇ-ਕਿੱਥੇ ਓਪਨ ਹੋ ਚੁੱਕੇ ਨੇ, ਕਿਉਂਕਿ ਕੋਵਿਡ ਦਾ ਦੌਰ ਸੀਗਾ। ਉਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਕਿਹੜੀ-ਕਿਹੜੀ ਜਗ੍ਹਾ ਨੇ ਸਟੱਡੀ ਵੀਜ਼ਾਜ਼ ਓਪਨ ਕੀਤੇ ਨੇ ਤੇ ਕਿੱਥੇ-ਕਿੱਥੇ ਸਟੂਡੈਂਟ ਜਾ ਸਕਦੇ ਨੇ। ਤੇ ਇਸ ਤੋਂ ਇਲਾਵਾ ਇਹ ਵੀ ਗੱਲਬਾਤ ਕਰਾਂਗੇ, ਕਈ ਜਗ੍ਹਾ ਦੇ ਉੱਤੇ ਜਾਣਾ ਜਿਹੜਾ ਹੈਗਾ ਬੜਾ ਮੁਸ਼ਕਲ ਹੁੰਦਾ, ਵੀਜ਼ਾ ਆਉਣ 'ਚ ਮੁਸ਼ਕਲ ਆਉਂਦੀ ਹੈ। ਇਸ ਤੋਂ ਇਲਾਵਾ ਕਈ ਵਾਰੀ ਤੁਹਾਡੇ ਨਾਲ ਧੋਖਾਧੜੀਆਂ ਵੀ ਹੋ ਜਾਂਦੀਆਂ ਨੇ। ਸੋ ਇਹ ਸਾਰੀ ਗੱਲਬਾਤ ਜਿਹੜੀ ਆਪਾਂ ਇਸ ਐਪੀਸੋਡ ਦੇ ਵਿੱਚ ਕਰਨ ਵਾਲੇ ਹਾਂ। ਸਾਡੇ ਨਾਲ ਯੂਰੋਕੈਨ ਗਲੋਬਲ ਦੇ ਡਾਇਰੈਕਟਰ ਅਮਨਦੀਪ ਸਿੰਘ ਇਹ ਗੱਲਬਾਤ ਕਰਨ ਦੇ ਲਈ ਮੌਜੂਦ ਨੇ। ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਥੈਂਕ ਯੂ ਸ਼ੇਖਰ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ। ਜੀ ਅਮਨ ਜੀ, ਸਭ ਤੋਂ ਪਹਿਲਾ ਸਵਾਲ ਜਿਹੜਾ ਆਉਂਦਾ ਨਾ ਦਿਲ ਦੇ ਵਿੱਚ ਉਹ ਇਹ ਆਉਂਦਾ, ਕਿਉਂਕਿ ਕੋਵਿਡ ਦਾ ਦੌਰ ਸੀਗਾ, ਸਾਰੇ ਪਾਸੇ ਰਿਸਟ੍ਰਿਕਸ਼ਨ ਹੋ ਗਈ ਸੀਗੀ ਅਤੇ ਹੁਣ ਵੀ ਜਿਹੜੀ ਕੰਟਰੀਜ਼ ਨੇ ਬਾਰਡਰਸ ਓਪਨ ਕੀਤੇ ਨੇ ਸਟੂਡੈਂਟਸ ਲਈ ਕੀਤੇ, ਚਾਹੇ ਹੋਰ ਕਈ ਵੀਜ਼ਾਜ਼ ਲਈ ਕੀਤੇ ਨੇ ਕਿ ਜਿਹੜੇ ਲੋਕ ਟਰੈਵਲ ਕਰ ਸਕਦੇ ਆ, ਬਟ ਉਹਦੇ ਵਿੱਚ ਕਈ ਹੁਣ ਕੋਵਿਡ ਨੂੰ ਲੈ ਕੇ ਕੰਡੀਸ਼ਨਸ ਵੀ ਨੇ, ਵੈਕਸੀਨ ਨੂੰ ਲੈ ਕੇ ਕੁਝ ਕੰਡੀਸ਼ਨਸ ਨੇ। ਅਤੇ ਇਹੀ ਸਭ ਤੋਂ ਪਹਿਲਾਂ ਤਾਂ ਸਵਾਲ ਬਣਦਾ ਕਿ ਕਿਹੜੀ ਕੰਟਰੀਜ਼ ਓਪਨ ਹੋਈਆਂ ਨੇ ਅਤੇ ਉੱਥੇ ਦੀਆਂ ਰਿਸਟ੍ਰਿਕਸ਼ਨਸ ਕੀ ਨੇ, ਉੱਥੇ ਦੇ ਰੂਲਸ ਰੈਗੂਲੇਸ਼ਨਸ ਕੀ ਨੇ। ਜੀ ਕੋਵਿਡ ਕਰਕੇ ਨੋ ਡਾਊਟ ਪਿਛਲੇ 1-1.5 ਸਾਲ ਤੋਂ ਜਾਂ 2 ਸਾਲ ਤੋਂ ਇਹ ਲਾਈਨ ਜਿਹੜੀ ਇਮੀਗ੍ਰੇਸ਼ਨ ਹੋ ਗਿਆ, ਟਰੈਵਲ ਹੋ ਗਿਆ ਜਾਂ ਐਜੂਕੇਸ਼ਨ ਇੰਡਸਟਰੀ, ਸਟੂਡੈਂਟ ਜਿਹੜੇ ਬਾਹਰ ਪੜ੍ਹਨ ਲਈ ਜਾਂਦੇ ਨੇ, ਕਾਫੀ ਵੱਡੇ ਲੈਵਲ 'ਤੇ ਹਿੱਟ ਰਹੀ ਆ। ਅਤੇ ਜਿਵੇਂ ਇਸ ਸਾਲ ਦੀ ਸ਼ੁਰੂਆਤ ਦੇ ਵਿੱਚ ਕੰਟਰੀਆਂ ਓਪਨ ਹੋਣੀਆਂ ਸ਼ੁਰੂ ਹੋਈਆਂ, ਕੈਨੇਡਾ ਨੇ ਸਟਾਰਟ ਕੀਤਾ, UK ਨੇ ਸਟਾਰਟ ਕੀਤਾ, ਉਹਦੇ ਨਾਲ ਨਾਲ ਆਸਟ੍ਰੇਲੀਆ, ਨਿਊਜ਼ੀਲੈਂਡ ਵਾਲੇ ਮੁਲਕ ਬੰਦ ਰਹੇ। ਅਤੇ ਯੂਰਪ ਦੀ ਬਹੁਤ ਸਾਰੀ ਕੰਟਰੀਆਂ, ਜਰਮਨੀ ਨੇ ਓਪਨ ਕੀਤੇ ਜਾਂ ਫਰਾਂਸ ਨੇ ਓਪਨ ਕੀਤੇ, ਬਟ ਜਿੰਨੀ ਸਪੀਡ ਨਾਲ ਅੱਗੇ ਵੀਜ਼ਾਜ਼ ਮਿਲਦੇ ਹੁੰਦੇ ਸੀ ਉਸ ਸਪੀਡ ਨਾਲ ਵੀਜ਼ਾ ਨਹੀਂ ਮਿਲੇ। ਐਡਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਅੱਜ ਦੇ ਟਾਈਮ 'ਚ ਕਿ ਟੂਰਿਸਟ ਵੀਜ਼ਾ ਅਪਲਾਈ ਕਰੋ 5,000 10,000 15,000 ਰੁਪਏ ਦੇ ਵਿੱਚ, ਪਰ ਟਰੈਵਲ ਨਹੀਂ ਕਰ ਪਾ ਰਹੇ ਹੈਗੇ ਜਾਂ ਰਿਸਟ੍ਰਿਕਸ਼ਨਾਂ ਬਹੁਤ ਜ਼ਿਆਦਾ ਹੈਗੀਆਂ ਨੇ। ਸੋ ਆਮ ਲੋਕਾਂ ਦੇ ਮਨ ਦੇ ਵਿੱਚ, ਈਵਨ ਸਾਨੂੰ ਵੀ ਜਦੋਂ ਕੁਛ ਇਨਫੋਰਮੇਸ਼ਨ ਆਉਂਦੀ ਹੈ ਬਹੁਤ ਡਿਟੇਲ 'ਚ ਜਾ ਕੇ ਪੜ੍ਹਨਾ ਪੈਂਦਾ ਕਿ ਜੇ ਅੱਜ ਫਲਾਣੀ ਕੰਟਰੀ ਮਾਲਟਾ ਨੇ ਕਹਿਤਾ ਵੀ ਕਿ ਸਟੂਡੈਂਟ ਆ ਸਕਦੇ ਨੇ, ਉਹਦੀਆਂ ਕੀ ਟਰਮਸ ਐਂਡ ਕੰਡੀਸ਼ਨ ਨੇ, ਵੈਕਸੀਨ ਦਾ ਕੀ ਸਿਸਟਮ ਆ, ਕੀ ਜੋ 14 ਦਿਨ ਦਾ ਕੁਆਰੰਟੀਨ ਹੁੰਦਾ ਉਹ ਚਾਹੀਦਾ ਜਾਂ ਨਹੀਂ ਚਾਹੀਦਾ। ਸੋ ਆਲਮੋਸਟ ਅੱਜ ਦਾ ਜਿਹੜਾ ਸਤੰਬਰ ਮਹੀਨਾ ਖ਼ਤਮ ਹੁੰਦੇ ਸਾਰਾ ਯੂਰਪ, ਸਾਰਾ ਵਰਲਡ ਦੀਆਂ ਕੰਟਰੀਆਂ ਓਪਨ ਹੋਣ ਜਾ ਰਹੀਆਂ ਨੇ ਅਤੇ ਉਮੀਦ ਆ ਦਸੰਬਰ ਤੱਕ ਜਿਵੇਂ ਦੁਨੀਆ ਪਹਿਲਾਂ ਚੱਲ ਰਹੀ ਸੀ, ਸਾਰੇ ਮੁਲਕ ਸਟੱਡੀ ਵਾਸਤੇ, ਟਰੈਵਲ ਵਾਸਤੇ, ਇਮੀਗ੍ਰੇਸ਼ਨ ਵਾਸਤੇ, ਕੰਮ ਵਾਸਤੇ ਦੁਬਾਰਾ ਓਪਨ ਹੋ ਜਾਣਗੇ। ਪਰ ਹਰ ਕੰਟਰੀ ਦਾ ਆਪਣਾ ਸਿਸਟਮ ਆ ਵੀਜ਼ਾ ਦੇਣ ਦਾ, ਟਰੈਵਲ ਦਾ, ਜੋ ਵੈਕਸੀਨ ਲੈ ਕੇ ਜਾਣੀ ਹੈ ਉਹਦਾ, ਜਿਹਦੇ ਵਿੱਚ ਬਹੁਤ ਸਾਰੇ ਸਟੂਡੈਂਟ ਖਰਾਬ ਹੋ ਰਹੇ ਨੇ। ਬਹੁਤ ਖਬਰਾਂ ਆਉਂਦੀਆਂ ਨੇ ਕਿਸੇ ਫਲਾਣੀ ਕੰਟਰੀ ਨੇ ਸਟੂਡੈਂਟਾਂ ਨੂੰ ਫਲਾਈਟ ਨਹੀਂ ਚੜ੍ਹਨ ਦਿੱਤਾ ਹੈਗਾ, ਕੋਈ ਉੱਥੋਂ ਡਿਪੋਰਟ ਹੋ ਕੇ ਵਾਪਸ ਆ ਗਏ ਜਾਂ ਕਈਆਂ ਦੇ ਵੀਜ਼ਾਜ਼ ਰਿਜੈਕਟ ਹੋ ਗਏ। ਸੋ ਹਰੇਕ ਕੰਟਰੀ ਜਿੱਥੇ ਵੀ ਅਪਲਾਈ ਕਰਨਾ ਉਹਦਾ ਸਮਝ ਕੇ ਅਪਲਾਈ ਕਰੋ, ਸਿਸਟਮ ਸਾਰਾ ਕੀ ਹੈਗਾ ਵਾ। ਅਤੇ ਹੁਣ ਜਦੋਂ ਸਮਝਣ ਦੀ ਗੱਲ ਆਉਂਦੀ ਹੈ ਤਾਂ ਜਿੱਥੋਂ ਵੀ ਲੋਕ ਕੰਸਲਟੇਸ਼ਨ ਲੈ ਰਹੇ ਹੁੰਦੇ ਨੇ ਜਾਂ ਫਿਰ ਇਮੀਗ੍ਰੇਸ਼ਨ ਸਰਵਿਸਿਜ਼ ਜਿਹੜੇ ਪ੍ਰੋਵਾਈਡ ਕਰ ਰਹੇ ਨੇ, ਉਹਨਾਂ ਦੇ ਕੋਲ ਜਦੋਂ ਜਾਂਦੇ ਆ ਤਾਂ ਉਹਨਾਂ ਦਾ ਅਹਿਮ ਰੋਲ ਰਹਿੰਦਾ। ਸੋ ਅਗਰ ਮੈਂ ਗੱਲ ਕਰਾਂ ਤਾਂ ਮੈਂ ਤੁਹਾਡੇ ਜ਼ਰੀਏ ਦਰਸ਼ਕਾਂ ਤੱਕ ਇਹ ਗੱਲ ਪਹੁੰਚਾਉਣੀ ਚਾਹਾਂਗਾ ਕਿ ਅਗਰ ਕੰਟਰੀ ਬਾਏ ਕੰਟਰੀ ਗੱਲ ਕਰਦੇ ਹਾਂ, UK ਦੀ ਗੱਲ ਕਰ ਲਈਏ ਪਹਿਲਾਂ, ਤਾਂ ਉੱਥੇ ਕੀ ਰੂਲਸ ਨੇ, ਕੈਨੇਡਾ ਦੀ ਗੱਲ ਕਰੀਏ ਉੱਥੇ ਕੀ ਰੂਲਸ ਨੇ, ਜਾਂ ਫਿਰ ਯੂਰਪ ਦੇ ਵਿੱਚ ਸਟੂਡੈਂਟ ਜਾਂਦੇ ਨੇ ਜਾਂ ਮੈਕਸੀਕੋ ਵੀ ਸਟੱਡੀ ਕਰਨ ਲਈ ਜਾਂਦੇ, ਤਾਂ ਅਗਰ 1 ਬਾਏ 1 ਗੱਲ ਕਰੀਏ ਤਾਂ ਕਿੱਦਾਂ ਦੇ ਰੂਲਸ ਨੇ। ਜੀ ਕੈਨੇਡਾ ਨੇ ਤਾਂ ਹੁਣ ਜਿਵੇਂ ਆਪਾਂ 2-3 ਦਿਨ ਪਹਿਲਾਂ ਨਿਊਜ਼ ਦੇ ਵਿੱਚ ਦੇਖਿਆ ਸੀ, ਇੰਡੀਆ ਤੋਂ ਜਿਹੜੀਆਂ ਪਹਿਲਾਂ ਕੁਛ ਦਿਨ ਪਹਿਲਾਂ ਕੀ ਸੀਗਾ, ਤੁਸੀਂ 3rd ਕੰਟਰੀ ਵਾਇਆ ਫਲਾਈਟ ਲੈ ਕੇ ਜਾ ਸਕਦੇ ਸੀ। ਈਵਨ ਜੇ ਟੂਰਿਸਟ ਵੀਜ਼ਾ 'ਤੇ ਵੀ ਜਾਣਾ ਜਾਂ ਘੁੰਮਣ ਫਿਰਨ ਜਾਣਾ, ਫੋਰ ਐਗਜ਼ਾਮਪਲ ਮੇਰੇ ਵਰਗੇ ਬੰਦੇ ਨੇ ਜਾਣਾ, ਕੋਈ 3rd ਕੰਟਰੀ 'ਚ ਪਹਿਲਾਂ ਟਰੈਵਲ ਕਰਕੇ 5 ਜਾਂ 6 ਦਿਨ ਬਾਅਦ ਕੈਨੇਡਾ ਟਰੈਵਲ ਕਰ ਸਕਦੇ ਸੀ। ਸੋ ਡਾਇਰੈਕਟ ਫਲਾਈਟਾਂ ਬੰਦ ਸੀਗੀਆਂ, ਹੁਣ ਡਾਇਰੈਕਟ ਫਲਾਈਟਾਂ ਦੁਬਾਰਾ ਸਟਾਰਟ ਹੋ ਗਈਆਂ ਨੇ। ਸੋ ਸਟੱਡੀ ਵਾਲੇ ਜਿਹੜੇ ਹੈਗੇ ਨੇ ਉਹ ਜਾ ਸਕਦੇ ਨੇ ਆਪਣਾ ਜਿਹੜਾ ਕੁਆਰੰਟੀਨ ਵਾਲਾ ਕਰਕੇ। ਟੂਰਿਸਟ ਵਾਸਤੇ ਬਹੁਤ ਵਧੀਆ ਚੀਜ਼ ਆਈ ਹੈ, ਜਿਨ੍ਹਾਂ ਨੇ ਟੂਰਿਸਟ ਵੀਜ਼ਾ ਅਪਲਾਈ ਕਰਨ ਹੁੰਦਾ ਸੀ, ਘੁੰਮਣ ਫਿਰਨ ਜਾਣਾ, ਫੈਮਿਲੀ ਕੋਲ ਜਾਣਾ, ਉਹਨਾਂ ਦੇ ਜੇ ਕੋਵਿਸ਼ੀਲਡ ਦੀ ਡਬਲ ਵੈਕਸੀਨ ਲੱਗੀਆਂ ਨੇ, ਕੰਪਲੀਟ ਹੈਗੀ, ਉਹ ਬਿਨਾਂ ਕੁਆਰੰਟੀਨ ਦੇ ਰੂਲਸ ਦੇ ਆਪਣਾ ਟਰੈਵਲ ਕਰ ਸਕਦੇ ਨੇ। UK ਦੇ ਵਿੱਚ ਵੀ ਸਟੱਡੀ ਟੂਰਿਸਟ ਦੋਨੋਂ ਓਪਨ ਹੋ ਚੁੱਕੇ ਹੋਏ ਨੇ, ਸਟੱਡੀ ਵਾਲੇ ਜਿਹੜੇ ਹੈਗੇ ਨੇ ਟਰੈਵਲ ਕਰ ਸਕਦੇ। ਸੋ ਇਹ 2 ਕੰਟਰੀਆਂ ਤਾਂ ਜਿਹੜੀਆਂ ਵਰਲਡ ਦੇ ਵਿੱਚ ਜ਼ਿਆਦਾ ਲੋਕ ਜਾਂਦੇ ਹੈਗੇ ਨੇ, ਆਲਮੋਸਟ ਸਾਰਿਆਂ ਨੂੰ ਸਾਰੀ ਜਾਣਕਾਰੀ ਪਤਾ। ਬਟ ਹੁਣ ਇਹਦੇ ਨਾਲ ਆਸਟ੍ਰੇਲੀਆ ਨੂੰ ਲੈ ਕੇ ਬੜੇ ਪ੍ਰਸ਼ਨ ਆਉਂਦੇ ਨੇ, ਨਿਊਜ਼ੀਲੈਂਡ ਨੂੰ ਲੈ ਕੇ ਬੜੇ ਪ੍ਰਸ਼ਨ ਆਉਂਦੇ ਨੇ, ਜਰਮਨੀ, ਸਪੇਨ, ਇਟਲੀ, ਫਰਾਂਸ, ਪੋਰਚੁਗਲ, ਯੂਰਪ ਦੇ ਬਹੁਤ ਸਾਰੇ ਦੇਸ਼ ਲੈ ਕੇ ਉਹਨਾਂ ਨੂੰ ਲੈ ਕੇ ਬੜੇ ਪ੍ਰਸ਼ਨ ਆਉਂਦੇ ਨੇ। ਸੋ ਉਹਨਾਂ 'ਚੋਂ ਹਰੇਕ ਕੰਟਰੀ ਦੀ ਅਲੱਗ-ਅਲੱਗ ਇਸ ਟਾਈਮ ਚੀਜ਼ਾਂ ਚੱਲ ਰਹੀਆਂ ਨੇ। ਕੋਈ ਕੰਟਰੀ ਵੀਜ਼ਾ ਦੇ ਰਹੀ ਹੈ, ਕੋਈ ਕੰਟਰੀ ਨਹੀਂ ਵੀਜ਼ਾ ਦੇ ਰਹੀ, ਉਹ ਕੰਟਰੀ ਤੋਂ ਕੰਟਰੀ ਦੇਖ ਕੇ ਤੁਹਾਨੂੰ ਅਪਲਾਈ ਕਰਨਾ ਪਏਗਾ।
ਤੁਸੀਂ ਆਸਟ੍ਰੇਲੀਆ ਦੀ ਗੱਲ ਕੀਤੀ, ਨਿਊਜ਼ੀਲੈਂਡ ਦੀ ਗੱਲ ਕੀਤੀ। ਆਸਟ੍ਰੇਲੀਆ ਸ਼ੁਰੂ ਤੋਂ ਹੀ ਅਸੀਂ ਦੇਖ ਰਹੇ ਕਿ ਜਦੋਂ ਤੋਂ ਕੋਵਿਡ ਦਾ ਦੌਰ ਸ਼ੁਰੂ ਹੋਇਆ ਤੇ ਉਸ ਤੋਂ ਬਾਅਦ ਦਾ ਆਸਟ੍ਰੇਲੀਆ ਸਭ ਤੋਂ ਜ਼ਿਆਦਾ ਸਟ੍ਰਿਕਟ ਹੋ ਕੇ ਚੱਲਿਆ। ਸੋ ਹੁਣ ਕਿੰਨਾ ਕੁ ਓਪਨ ਹੈਗਾ ਸਟੂਡੈਂਟਸ ਦੇ ਲਈ ਆਸਟ੍ਰੇਲੀਆ, ਉਹ ਤੁਸੀਂ ਦੱਸੋ। ਜੀ ਕੱਲ੍ਹ ਦੀ ਇੱਕ ਅਪਡੇਟ ਆਈ ਸੀ, ਇੱਕ ਪਾਇਲਟ ਪ੍ਰੋਗਰਾਮ ਲਾਂਚ ਕਰ ਰਹੇ ਨੇ ਜਿਹੜੇ ਕਰੰਟ, ਕਿਉਂਕਿ ਉਹਨਾਂ ਨੇ ਕੀ ਕੀਤਾ ਸੀਗਾ, ਜਿਹੜੇ ਉੱਥੇ ਪੜ੍ਹ ਰਹੇ ਸਟੂਡੈਂਟ ਵੀ ਬਾਹਰ ਗਏ ਹੋਏ ਸੀ, ਆਪਣੇ ਘਰਾਂ ਨੂੰ ਗਏ ਹੋਏ ਸੀ, ਉਹਨਾਂ ਨੂੰ ਵੀ ਵਾਪਸ ਨਹੀਂ ਆਉਣ ਦਿੱਤਾ ਹੈਗਾ। ਸੋ ਕਰੰਟ ਜੋ ਅਪਡੇਟ ਆਇਆ ਹੈਗਾ ਕਿ ਫਿਲਹਾਲ ਉਹਨਾਂ ਦੀ ਫਸਟ ਪ੍ਰਾਇੋਰਟੀ ਹੈਗੀ ਆ ਜਿਹੜੇ ਪੁਰਾਣੇ ਸਟੂਡੈਂਟ ਆਲਰੇਡੀ ਯੂਨੀਵਰਸਿਟੀ ਕਾਲਜਸ 'ਚ ਪੜ੍ਹ ਰਹੇ ਸੀ, ਉਹਨਾਂ ਨੂੰ ਗਰੁੱਪ ਵਾਈਜ਼ ਵਾਪਸ ਲੈ ਕੇ ਆਇਆ ਜਾਵੇ ਉਸ ਦੇਸ਼ ਦੇ ਵਿੱਚ। ਜੋ ਆਮ ਸਮਝ ਆ ਰਹੀ ਹੈ ਸਿਨਾਰੀਓ ਨੂੰ ਦੇਖ ਕੇ ਜਾਂ ਆਪਣੇ ਪਹਿਲੂ ਦੇ ਆਧਾਰ 'ਤੇ, ਦਸੰਬਰ ਜਨਵਰੀ ਤੱਕ ਅਪਰੋਕਸੀਮੇਟਲੀ ਆਸਟ੍ਰੇਲੀਆ ਨਿਊਜ਼ੀਲੈਂਡ ਜਿਹੜੇ ਦੋ ਮੁਲਕ ਹੈਗੇ ਦੁਬਾਰਾ ਓਪਨ ਹੋ ਜਾਣਗੇ। ਜਨਵਰੀ ਫਰਵਰੀ ਔਨਵਰਡ ਜਿਹੜੇ ਇਨਟੇਕ ਹੈਗੇ ਨੇ ਉਹਨਾਂ ਵਾਸਤੇ ਤੁਸੀਂ ਹੁਣੇ ਤੋਂ ਜੇ ਆਪਣੀ ਐਡਮਿਸ਼ਨ ਅਪਲਾਈ ਕਰਨੀ ਹੈ ਐਡਮਿਸ਼ਨ ਅਪਲਾਈ ਕਰ ਸਕਦੇ ਹੋ। ਫੀਸ ਭਾਵੇਂ ਨਾ ਪੇ ਕਰਿਓ, ਬਟ ਅਗਲੇ ਸਾਲ ਦਾ ਜੈਨ ਹੋ ਗਿਆ, ਮਾਰਚ ਹੋ ਗਿਆ, ਜੂਨ ਹੋ ਗਿਆ, ਸਤੰਬਰ ਇਨਟੇਕ ਹੋ ਗਿਆ, ਉਹਨਾਂ ਵਾਸਤੇ ਆਪਣੀ ਐਪਲੀਕੇਸ਼ਨ ਇਹਨਾਂ ਕੰਟਰੀਆਂ ਵਾਸਤੇ ਪ੍ਰੋਸੈਸ ਕਰ ਸਕਦੇ ਹੋ। ਜੀ ਅੱਛਾ, ਇਸ ਤੋਂ ਇਲਾਵਾ ਮਾਲਟਾ ਦੀ ਗੱਲ ਕਰਦੇ ਹਾਂ। ਮਾਲਟਾ ਦੀ ਅਗਰ ਗੱਲ ਕਰੀਏ ਸੋ ਉੱਥੇ ਵੀ ਬਹੁਤ ਸਾਰੇ ਸਟੂਡੈਂਟ ਜਾਂਦੇ ਨੇ, ਕੀ ਉਹ ਓਪਨ ਹੋ ਚੁੱਕਿਆ ਹੁਣ? ਜੀ ਮਾਲਟਾ ਪਿਛਲੇ ਕਾਫੀ ਟਾਈਮ ਤੋਂ ਸ਼ੈਨੇਗਨ ਦੇਸ਼ਾਂ ਦੇ ਵਿੱਚ ਸਟੂਡੈਂਟ ਦੇ ਵਿੱਚ ਕਾਫੀ ਫੇਮਸ ਕੰਟਰੀ ਹੈਗਾ। ਸਾਡੇ ਕੋਲ ਸਭ ਤੋਂ ਜ਼ਿਆਦਾ ਐਪਲੀਕੇਸ਼ਨਾਂ ਮਾਲਟਾ ਦੀਆਂ ਆਉਂਦੀਆਂ ਨੇ, ਸਭ ਤੋਂ ਜ਼ਿਆਦਾ ਸਟੂਡੈਂਟ ਮਾਲਟਾ ਦੇ ਭੇਜੇ ਨੇ, ਅਤੇ ਉਹ ਵੀ ਆਸਟ੍ਰੇਲੀਆ ਦੀ ਤਰ੍ਹਾਂ ਪਿਛਲੇ 2 ਸਾਲ ਤੋਂ ਬੰਦ ਪਿਆ ਵਾ। ਅਤੇ ਹੁਣ ਉਹਨਾਂ ਨੇ ਇੱਕ ਨਵੀਂ ਗਾਈਡਲਾਈਨ ਕੀਤੀ ਹੈ। ਸਾਨੂੰ ਹਰ ਰੋਜ਼ ਸੈਂਕੜੇ ਦੀ ਗਿਣਤੀ ਵਿੱਚ ਮੈਸੇਜਸ ਆਉਂਦੇ ਨੇ ਸਟੂਡੈਂਟ ਦੇ ਵੀ ਮਾਲਟਾ ਨੇ ਓਪਨ ਤਾਂ ਕਰਤਾ VFS, ਪਰ ਵਰਕ ਪਰਮਿਟ ਵਾਸਤੇ ਓਪਨ ਕੀਤਾ। ਸਟੂਡੈਂਟ ਕਦੋਂ ਓਪਨ ਹੋਊਗਾ? ਫਿਰ ਉਹਨਾਂ ਨੇ ਲਿਖਿਆ ਵੀ 14 ਦਿਨ ਕੁਆਰੰਟੀਨ ਕਰਨਾ, ਜਿਹਦੇ ਇੰਨੇ ਪੈਸੇ ਦੇਣੇ ਨੇ, ਉਹਦਾ ਕੀ ਸਿਸਟਮ ਆ। ਸੋ ਮਾਲਟਾ ਸਟੂਡੈਂਟਸ ਵਾਸਤੇ ਓਪਨ ਹੋ ਚੁੱਕਾ। ਉਹਨਾਂ ਨੇ ਇੱਕ ਅਪਰੂਵਲ ਸਿਸਟਮ ਰੱਖਿਆ ਵਾ, ਜੇ ਤੁਹਾਡੇ ਵੈਕਸੀਨ ਲੱਗੀਆਂ ਹੋਈਆਂ ਦੋਨੋਂ, ਉਹਦੇ ਬਾਵਜੂਦ ਤੁਹਾਨੂੰ ਉੱਥੇ ਕੁਆਰੰਟੀਨ ਕਰਨਾ ਪਏਗਾ। ਜੇ ਤੁਸੀਂ ਦੋਨੋਂ ਚੀਜ਼ਾਂ ਕੰਡੀਸ਼ਨ ਫੁੱਲਫਿਲ ਕਰਨ ਨੂੰ ਤਿਆਰ ਹੋ, ਤੁਹਾਡਾ ਯੂਨੀਵਰਸਿਟੀ ਕਾਲਜ ਉੱਥੋਂ ਮਿਨਿਸਟਰੀ ਜਿਹੜੀ ਹੈਗੀ ਮਿਨਿਸਟਰੀ ਆਫ ਹੈਲਥ, ਉਹ ਤੋਂ ਅਪਰੂਵਲ ਲੈ ਕੇ CVU ਇੱਕ ਅਪਰੂਵਲ ਹੁੰਦੀ ਹੈ ਉਹ ਤੁਹਾਨੂੰ ਦੇ ਸਕਦਾ। ਉਹਦੇ ਬਿਹਾਫ 'ਤੇ ਤੁਸੀਂ ਆਪਣਾ ਅੰਬੈਸੀ ਦੇ ਵਿੱਚ ਫਾਈਲ ਸਬਮਿਟ ਕਰਕੇ ਜਾ ਸਕਦੇ ਹੋ। ਸੋ ਹੁਣ ਆਉਣ ਵਾਲਾ ਜਿਹੜਾ ਕੁਝ ਸਮਾਂ ਹੋਏਗਾ ਬਹੁਤ ਵਧੀਆ ਹੋਏਗਾ, ਕਿਉਂਕਿ 2 ਸਾਲ ਬਾਅਦ ਵੀਜ਼ਾਜ਼ ਇਸ਼ੂ ਹੋਣੇ ਨੇ। ਸੋ ਅੱਛੇ ਲੈਵਲ 'ਤੇ ਜੋ ਉਮੀਦ ਹੈਗੀ, ਕੁਝ ਕੰਟਰੀਆਂ ਜਿਵੇਂ ਲਿਥੂਏਨੀਆ ਹੋ ਗਿਆ, ਲਾਤਵੀਆ ਹੋ ਗਿਆ, ਜਦੋਂ ਇਹ ਸ਼ੁਰੂ ਹੋਈਆਂ ਸੀ ਪਿਛਲੇ 1-2 ਮਹੀਨਿਆਂ 'ਚ, ਅਦਰਵਾਈਜ਼ ਇਹ ਇੰਟਰਵਿਊ ਲੈਂਦੀ ਹੁੰਦੀਆਂ ਸੀ। ਕੋਵਿਡ ਦੇ ਸਿਨਾਰੀਓ ਦੇ ਧਿਆਨ 'ਚ ਰੱਖਦੇ ਹੋਏ ਇਹਨਾਂ ਨੇ ਬਹੁਤ ਸਾਰੇ ਬੱਚਿਆਂ ਦੇ ਇੰਟਰਵਿਊ ਨਹੀਂ ਲਏ, ਕਿਉਂਕਿ ਇੱਕ ਐਪਲੀਕੇਸ਼ਨਾਂ ਵੀ ਘੱਟ ਸੀਗੀਆਂ, ਇੱਕ ਬੁਲਾਣਾ ਦਿੱਲੀ ਵਾਇਬਲ ਨਹੀਂ ਸੀਗਾ। ਸੋ ਬਹੁਤ ਸਾਰੇ ਸਟੂਡੈਂਟਸ ਨੂੰ ਬਿਨਾਂ ਇੰਟਰਵਿਊ ਵੀ ਵੀਜ਼ਾ ਮਿਲੇ ਨੇ। ਸੋ ਮਾਲਟਾ ਆਉਣ ਵਾਲੇ ਟਾਈਮ 'ਚ ਕਾਫੀ ਅੱਛੀ ਕੰਟਰੀ ਰਹੇਗਾ ਜਿਹੜੇ 4 ਤੋਂ 6 ਲੱਖ ਦੇ ਬਜਟ ਦੇ ਵਿੱਚ ਸ਼ੈਨੇਗਨ ਦੇਸ਼ ਪੜ੍ਹਨ ਜਾਣਾ ਚਾਹੁੰਦੇ ਨੇ। ਅਤੇ ਇਹ ਮੇਰੇ ਖਿਆਲ ਨਾਲ ਕੁਝ ਐਡਵਾਂਟੇਜ ਵੀ ਹੋ ਚੁੱਕਿਆ। ਕਈ ਜਗ੍ਹਾ ਦੇ ਉੱਤੇ ਅਗਰ ਤੁਹਾਨੂੰ ਨੁਕਸਾਨ ਹੁੰਦਾ ਤਾਂ ਕਈ ਜਗ੍ਹਾ ਦੇ ਉੱਤੇ ਫਾਇਦਾ ਵੀ ਹੁੰਦਾ। ਸੋ ਅੱਛਾ, ਤੁਸੀਂ ਗੱਲ ਕੀਤੀ ਕੁਆਰੰਟਾਈਨ ਕਰਨ ਦੀ। ਕੁਆਰੰਟਾਈਨ ਹੋਣਾ ਜਿਹੜਾ ਹੈਗਾ ਉਹ ਸਭ ਦੇ ਲਈ ਇੱਕ ਬੜੀ ਮੁਸ਼ਕਲ ਵਾਲੀ ਪ੍ਰੋਬਲਮ ਵਾਲੀ ਗੱਲ ਹੁੰਦੀ ਹੈ। ਸੋ ਕੁਆਰੰਟਾਈਨ ਹੋਣ ਦੀ ਕੰਡੀਸ਼ਨ ਕਿਹੜੀ ਕੰਟਰੀਜ਼ ਦੀ ਸਪੈਸੀਫਿਕ ਹੈ ਕਿ ਅਸੀਂ ਕਰਨਾ ਹੀ ਕਰਨਾ? ਆਲਮੋਸਟ ਯੂਰਪ ਦੇ ਵਿੱਚ ਸਾਰੀ ਕੰਟਰੀਜ਼ ਨੇ ਮੈਂਡੇਟਰੀ ਰੱਖਿਆ ਹੋਇਆ। ਲਾਤਵੀਆ ਦੀ ਗੱਲ ਕਰਾਂ ਜਾਂ ਬਾਕੀ ਯੂਰਪ ਦੇ ਦੇਸ਼ਾਂ ਦੀ ਗੱਲ ਕਰਾਂ, ਇੱਕ ਜੇ ਕਰੋਨਾ ਵਰਡ ਹੋ ਗਿਆ ਜਾਂ ਕੋਵਿਡ ਵਰਡ ਹੋ ਗਿਆ, ਜਾਣ ਤੋਂ ਪਹਿਲਾਂ ਤੁਸੀਂ ਕੋਵਿਡ ਦਾ ਟੈਸਟ ਕਰਾ ਕੇ ਜਾਣਾ, ਉੱਥੇ ਜਾ ਕੇ ਕੁਆਰੰਟੀਨ ਕਰਨਾ, ਇਹ ਆਉਣ ਵਾਲੇ ਕੁਝ ਸਾਲ ਆਮ ਜ਼ਿੰਦਗੀ ਦਾ ਹਿੱਸਾ ਹੈਗੇ ਨੇ। ਇਹਨਾਂ ਤੋਂ ਆਪਾਂ ਕੋਈ ਛੁਟਕਾਰਾ ਨਹੀਂ ਪਾ ਸਕਦੇ ਹੈਗੇ। ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਮੈਂਟਲੀ ਪ੍ਰੀਪੇਅਰਡ ਰਹੋ ਕਿ ਜਿਹੜੀ ਵੀ ਕੰਟਰੀ ਅਪਲਾਈ ਕਰ ਰਹੇ ਹੋ, ਜਾਣ ਲੱਗੇ ਟੈਸਟ ਕਰਾਉਣਾ ਆਪਣਾ। ਵੈਕਸੀਨ ਸਭ ਤੋਂ ਜ਼ਰੂਰੀ, ਜਿਨ੍ਹਾਂ ਸਟੂਡੈਂਟਾਂ ਨੇ ਨਹੀਂ ਲਗਵਾਈਆਂ ਹੋਈਆਂ ਹੈਗੀਆਂ। ਬਹੁਤ ਕਨਫਿਊਜ਼ਨ ਹੈਗੀ ਹੈ, ਕਿਉਂਕਿ ਯੂਰਪ ਦੀ ਜਦੋਂ ਲਿਸਟ ਆਉਂਦੀ ਹੈ, ਜੌਨਸਨ ਵੈਕਸੀਨ ਹੈਗੀ ਆ, ਐਸਟਰਾਜ਼ੈਨੇਕਾ ਹੈਗੀ ਆ, ਅਲੱਗ-ਅਲੱਗ ਉਹ ਫਾਈਜ਼ਰ ਦੀ ਵੈਕਸੀਨ ਹੋ ਗਿਆ, ਉਹ ਕਹਿੰਦੇ ਨੇ ਉਹ ਵੈਕਸੀਨ ਸਾਰੀਆਂ ਇੰਡੀਆ ਦੇ ਵਿੱਚ ਅਵੇਲੇਬਲ ਹੀ ਨਹੀਂ ਹੈਗੀਆਂ। ਸਟੂਡੈਂਟ ਘੁੰਮਦਾ ਰਹਿ ਜਾਂਦਾ ਕਿ ਮੈਂ ਵੈਕਸੀਨ ਲਗਵਾਵਾਂ ਕਿਹੜੀ, ਉਹ ਤਾਂ ਲਿਸਟ 'ਚ ਹੈ ਨਹੀਂ ਗੀ। ਸੋ ਜੋ ਇੰਡੀਆ ਦੇ ਵਿੱਚ ਕੋਵੀਸ਼ੀਲਡ ਦੇ ਨਾਮ ਨਾਲ ਜਾਣੀ ਜਾਂਦੀ ਹੈ, UK ਦੀ ਵੈਕਸੀਨ ਜੋ ਬਣੀ ਹੋਈ ਆ, ਉਹ ਐਕਸੈਪਟੇਬਲ ਹੈਗੀ ਆ ਸਾਰੀ ਕੰਟਰੀਜ਼ ਵਿੱਚ। ਉਹਦੇ ਦੋਨੋਂ ਡੋਜ਼ ਤੁਸੀਂ ਲਗਵਾ ਸਕਦੇ ਹੋ। ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਪਲਾਈ ਕਰਨਾ, ਉਹਨਾਂ ਵਾਸਤੇ ਜੋ ਉਮੀਦ ਕਰ ਸਕਦੇ ਹਾਂ 2 ਮਹੀਨੇ 4 ਮਹੀਨੇ ਤੱਕ ਜਦੋਂ ਕੁਆਰੰਟੀਨ ਵੇਵ ਆਫ ਹੋਊਗਾ, ਜਿਵੇਂ ਕੈਨੇਡਾ ਨੇ ਕੀਤਾ, ਜਿਨ੍ਹਾਂ ਨੂੰ ਦੋਨੋਂ ਵੈਕਸੀਨ ਲੱਗੀਆਂ ਹੋਣਗੀਆਂ ਉਹਨਾਂ ਨੂੰ ਕੁਆਰੰਟੀਨ ਦੀ ਰਿਕੁਆਇਰਮੈਂਟ ਨਹੀਂ ਹੋਊਗੀ। ਸੋ ਜਿਨ੍ਹਾਂ ਨੇ ਬਾਹਰ ਜਾਣਾ ਵਾ, ਸਟੱਡੀ ਵਾਸਤੇ ਜਾਣਾ, ਕੰਮ ਵਾਸਤੇ ਜਾਣਾ, ਘੁੰਮਣ ਵਾਸਤੇ ਜਾਣਾ, ਕੁਛ ਵੀ ਚੀਜ਼ ਵਾਸਤੇ ਜਾਣਾ, ਉਹ ਦੋਨੋਂ ਵੈਕਸੀਨ ਜਿਹੜੀਆਂ ਹੈਗੀਆਂ ਜ਼ਰੂਰ ਲਗਵਾ ਕੇ ਰੱਖ ਲੈਣ। ਨਹੀਂ ਤਾਂ ਇਹ ਥੋੜ੍ਹੀ ਜਿਹੀ ਚੀਜ਼ ਹੈਗੀ ਜਿਹੜੀ ਤੁਹਾਨੂੰ ਖੇਚਲ ਵੀ ਕਰੇਗੀ, ਪਲੱਸ ਤੁਹਾਡਾ ਕੁਆਰੰਟੀਨ ਵਗੈਰਾ ਦਾ ਖਰਚਾ ਵਧਾਏਗੀ।
ਅੱਛਾ, ਇਹ ਚੀਜ਼ ਮੈਂ ਸਵਾਲ ਕਰਨ ਵਾਲਾ ਹੀ ਸੀਗਾ। ਇਨਫੈਕਟ ਤੁਸੀਂ ਖੁਦ ਹੀ ਆਨਸਰ ਕਰਤਾ ਕਿ ਕਿਹੜੀ ਜਿਹੜੀ ਵੈਕਸੀਨ ਹੈਗੀ ਹੈ ਉਹ ਵੈਲਿਡ ਹੋਏਗੀ। ਹਾਲਾਂਕਿ ਤੁਸੀਂ ਦੱਸਿਆ ਕਿ ਕੋਵਿਸ਼ੀਲਡ ਦੀ ਗੱਲ ਹੋਈ ਹੈ, ਅਤੇ ਇਹਦੇ ਵਿੱਚ ਕੋਈ ਸਮਾਂ ਵੀ ਤੈਅ ਕੀਤਾ ਗਿਆ, ਕਿਉਂਕਿ ਇੱਦਾਂ ਹੁੰਦਾ ਕਿ 3 ਮਹੀਨੇ ਬਾਅਦ 3 ਮਹੀਨੇ ਤੱਕ ਤੁਹਾਡੀ ਜਿਹੜੀ ਵੈਕਸੀਨ ਹੈ ਉਹ ਵੈਲਿਡ ਹੈਗੀ ਅਗਰ ਦੋਨੋਂ ਖੁਰਾਕਾਂ ਲਈਆਂ ਹੋਈਆਂ ਨੇ। ਸੋ ਇੱਦਾਂ ਦੀ ਇਹਦੇ ਲਈ ਕੀ ਸਮਾਂ ਜਿਹੜਾ ਤੈਅ ਕੀਤਾ ਗਿਆ ਉਹਨਾਂ ਵੱਲੋਂ? ਇੱਕ ਹੁਣੇ ਜੇ ਰੀਸੈਂਟ ਅਪਡੇਟ ਵੀ ਆਇਆ ਸੀਗਾ ਕਿ ਜਿਨ੍ਹਾਂ ਨੇ ਬਾਹਰ ਪੜ੍ਹਨ ਵਾਸਤੇ ਜਾਣਾ, ਅਦਰਵਾਈਜ਼ 90 ਦਿਨ ਦਾ ਆਈ ਥਿੰਕ ਗੈਪ ਚਾਹੀਦਾ ਹੁੰਦਾ ਦੋਨਾਂ ਦੇ ਵਿੱਚ, ਜਿਨ੍ਹਾਂ ਨੇ ਬਾਹਰ ਪੜ੍ਹਨ ਲਈ ਜਾਣਾ ਤੁਹਾਡੇ ਕੋਲ ਆਫਰ ਲੈਟਰ ਹੈਗਾ ਵਾ। ਮੇਰੇ ਕੁਝ ਸਟੂਡੈਂਟਸ ਨੇ ਆਫਰ ਲੈਟਰ ਦਿਖਾ ਕੇ ਉਹ ਜਿਹੜਾ ਮਿਨੀਮਮ ਟਾਈਮ ਪੀਰੀਅਡ ਹੈਗਾ 28 ਦਿਨ ਦੇ ਬਾਅਦ ਵੀ ਲਗਵਾਈਆਂ ਨੇ। ਸੋ ਗਵਰਨਮੈਂਟ ਨੇ ਇਸ ਚੀਜ਼ 'ਤੇ ਗਾਈਡਲਾਈਨ ਕੀਤੀ ਹੈ ਕੁਝ ਸ਼ਹਿਰਾਂ ਦੇ ਵਿੱਚ ਆਫਰ ਲੈਟਰ ਦਿਖਾ ਕੇ ਕਿ ਮੈਂ ਬਾਹਰ ਪੜ੍ਹਨ ਲਈ ਜਾ ਰਿਹਾ ਜਾਂ ਮੇਰਾ ਵੀਜ਼ਾ ਆ ਚੁੱਕਾ ਜਾਂ ਮੇਰਾ ਆਹ ਮੰਥ ਦੇ ਵਿੱਚ ਕਲਾਸਾਂ ਸ਼ੁਰੂ ਹੋ ਰਹੀਆਂ ਨੇ, ਸੋ ਮਹੀਨੇ ਡੇਢ ਮਹੀਨੇ ਬਾਅਦ ਤੁਸੀਂ ਵੈਕਸੀਨ ਲਗਵਾ ਕੇ ਜਾ ਸਕਦੇ ਹੋ। ਅਮਨ ਜੀ, ਯੂਰਪ ਦੇ ਵੀਜ਼ਾਸ ਦੀ ਅਗਰ ਗੱਲ ਕਰੀਏ ਨਾ, ਸੋ ਇਹ ਦਾਅਵਾ ਤਾਂ ਹਰ ਕੋਈ ਕਰਦਾ ਹੈ ਕਿ ਯੂਰਪ ਦਾ ਵੀਜ਼ਾ ਮਿਲ ਰਿਹਾ ਹੈ, ਇਟਲੀ ਦਾ ਮਿਲ ਰਿਹਾ ਹੈ ਅਤੇ ਹੋਰ ਕੰਟਰੀਜ਼ ਦਾ ਮਿਲ ਰਿਹਾ, ਬਟ ਕਈ ਵਾਰੀ ਅਸੀਂ ਇਹ ਦੇਖਦੇ ਹਾਂ ਕਿ ਵੀਜ਼ਾ ਮਿਲਣ 'ਚ ਦਿੱਕਤਾਂ ਬਹੁਤ ਆਉਂਦੀਆਂ ਨੇ ਅਤੇ ਕਈ ਵਾਰ ਨਹੀਂ ਵੀ ਮਿਲ ਪਾਉਂਦਾ। ਸੋ ਇਸ ਚੀਜ਼ ਨੂੰ ਤੁਸੀਂ ਕਿੰਨਾ ਸ਼ਿਓਰ ਕਰਦੇ ਹੋ, ਜਾਂ ਫਿਰ ਤੁਸੀਂ ਜਿਹੜੇ ਕੇਸਿਸ ਲਗਾ ਰਹੇ ਹੋ ਕਿੰਨੇ ਕੁ ਪੋਜ਼ੀਟਿਵਲੀ ਆ ਰਹੇ ਨੇ? ਦੇਖੋ ਜੀ, ਵੀਜ਼ਾ ਕਦੇ ਗੈਰੰਟਿਡ ਨਹੀਂ ਹੁੰਦਾ ਹੈਗਾ। ਇੱਕ ਜਿਵੇਂ ਨਾ ਆਪਾਂ ਪੰਜਾਬ ਦੇ ਵਿੱਚ ਬਾਕੀ ਸ਼ਹਿਰਾਂ 'ਚ ਵੀ ਮੇਰੇ ਆਫਿਸਸ ਹੈਗੇ ਨੇ, ਯੂਪੀ ਦੀ ਗੱਲ ਕਰਾਂ, ਲਖਨਊ ਹੋ ਗਿਆ, ਹੈਦਰਾਬਾਦ ਹੋ ਗਿਆ, ਬਾਕੀ ਸ਼ਹਿਰ, ਉੱਥੇ ਨਾ ਲੋਕ ਜਦੋਂ ਕੰਸਲਟੈਂਟ ਕੋਲ ਜਾਂਦੇ ਨੇ ਉਹ ਇਹ ਸਮਝ ਕੇ ਜਾਂਦੇ ਨੇ ਇਹ ਸਲਾਹਕਾਰ ਆ। ਜਿਵੇਂ ਤੁਸੀਂ ਸੀਏ ਕੋਲ ਜਾਂਦੇ ਹੋ, ਡਾਕਟਰ ਕੋਲ ਜਾਂਦੇ ਹੋ, ਲਾਇਰ ਕੋਲ ਜਾਂਦੇ ਹੋ, ਉਹ ਸਲਾਹਕਾਰ ਸਮਝ ਕੇ ਜਾਂਦੇ ਹੋ। ਉਰੇ ਕੰਸਲਟੈਂਟ ਨੂੰ ਰੱਬ ਬਣਾਇਆ ਹੋਇਆ, ਵੀ ਪਤਾ ਨਹੀਂ ਉਹਦੇ ਕੋਲ ਕਿਹੜੀ ਰੌਕਟ ਸਾਇੰਸ ਆ ਜਾਂ ਕਿਹੜੀ ਸਕੀਮ ਹੈਗੀ ਆ ਜਾਂ ਕਿਹੜਾ ਉਹ ਮੰਤਰ ਜਾਂ ਦਵਾਈਆਂ ਲੈ ਕੇ ਬੈਠਾ ਜਿਹੜਾ ਉਹਨੇ ਵੀਜ਼ਾ ਲਗਵਾ ਹੀ ਦੇਣਾ ਵਾ। ਸ਼ਾਇਦ ਉਹ ਇੱਕ ਚੀਜ਼ ਰਹਿੰਦੀ ਹੈ ਜੋ ਆਪਾਂ ਨੂੰ ਇਹ ਚੀਜ਼ ਸੁਣਨ ਦੇ ਵਿੱਚ ਆਉਂਦੀ ਹੈ ਕਿ ਇਮੀਗ੍ਰੇਸ਼ਨ 'ਚ ਫਰੋਡ ਹੁੰਦਾ, ਠੱਗੀਆਂ ਹੁੰਦੀਆਂ ਨੇ, ਰਿਜੈਕਸ਼ਨ ਆਉਂਦੀਆਂ ਨੇ, ਪੈਸੇ ਖਰਾਬ ਹੁੰਦੇ ਨੇ। ਬਾਹਰ ਜਾਣਾ ਇੱਕ ਪ੍ਰੋਸੈਸ ਆ। 100 'ਚੋਂ 100 ਬੰਦਿਆਂ ਨੂੰ ਵੀਜ਼ਾ ਨਹੀਂ ਮਿਲਣਾ ਹੈਗਾ, ਰਿਜੈਕਸ਼ਨਾਂ ਵੀ ਆਉਣਗੀਆਂ। ਤੁਸੀਂ ਜ਼ਿੰਦਗੀ 'ਚ ਪੜ੍ਹਾਈਆਂ ਕਰਦੇ ਹੋ, ਪੜ੍ਹਦੇ ਵੀ ਹੋ, ਕਈ ਪਾਸ ਵੀ ਹੁੰਦੇ ਨੇ, ਕਈ ਫੇਲ ਵੀ ਹੁੰਦੇ ਨੇ। ਨੌਕਰੀਆਂ ਅਪਲਾਈਆਂ ਕਰਨ ਜਾਂਦੇ ਹੋ, ਪਹਿਲੀ ਵਾਰ 'ਚ ਕੋਈ ਨਹੀਂ ਪਾਸ ਹੁੰਦਾ, ਕਈ ਰਿਜੈਕਸ਼ਨਾਂ ਵੀ ਆਉਂਦੇ ਨੇ, ਕਈ ਥਾਵਾਂ 'ਤੇ ਸਿਲੈਕਸ਼ਨਾਂ ਵੀ ਹੁੰਦੀਆਂ ਨੇ। ਸੇਮ ਵੇ ਵੀਜ਼ਾ ਦਾ ਇੱਕ ਪ੍ਰੋਸੈਸ ਆ ਜੋ ਕਦੇ ਵੀ ਗੈਰੰਟਿਡ ਨਹੀਂ ਹੋ ਸਕਦਾ। ਸਾਨੂੰ ਲੋਕ ਪੁੱਛਦੇ ਨੇ ਕਿ ਤੁਹਾਡੇ 100% ਵੀਜ਼ਾ ਆਉਂਦੇ ਨੇ। ਮੈਂ ਆਪਣੇ ਮੂੰਹੋਂ ਮੰਨਦਾ ਵਾਂ 100% ਨਹੀਂ ਆਉਂਦੇ ਹੈਗੇ। ਇਸ ਹਫਤੇ ਵੀ, ਪਿਛਲੇ ਹਫਤੇ ਜੋ ਵੀਜ਼ਾਜ਼ ਆਏ ਨੇ ਉਹਦੇ ਵਿੱਚੋਂ ਜੇ 12-15 ਰਿਜ਼ਲਟ ਆਏ ਨੇ, 2-3 ਰਿਜੈਕਸ਼ਨਾਂ ਵੀ ਆਈਆਂ ਨੇ ਅਤੇ 7-8 ਜਿਹੜੇ ਵੀਜ਼ਾ ਵੀ ਆਏ ਨੇ। ਰਿਜੈਕਸ਼ਨ ਦੇ ਕਾਰਨ ਕੀ ਹੁੰਦੇ ਨੇ? ਕਈ ਵਾਰ ਇੰਟਰਵਿਊ 'ਚੋਂ ਕਮੀ ਪੇਸ਼ੀ ਰਹਿ ਜਾਂਦੀ ਆ, ਕਈ ਵਾਰ ਜਿਹੜਾ ਤੁਸੀਂ ਸਟੇਟਮੈਂਟ ਆਫ ਪਰਪਸ ਲਿਖਿਆ ਹੁੰਦਾ ਉਹ ਠੀਕ ਨਹੀਂ ਹੁੰਦਾ, ਕਈ ਵਾਰ ਅੰਬੈਸੀਜ਼ ਰੂਲ ਜਿਹੜੇ ਹੈਗੇ ਚੇਂਜ ਕਰ ਦਿੰਦੀਆਂ ਨੇ, ਕਲਾਸਾਂ ਨਿਕਲ ਚੁੱਕੀਆਂ ਹੁੰਦੀਆਂ ਨੇ, ਉਹਦੇ ਬਿਹਾਫ 'ਤੇ ਵੀਜ਼ਾ ਰਿਜੈਕਟ ਕਰ ਦਿੰਦੇ ਨੇ। ਬਟ ਕੋਈ ਵੀ ਰਿਜੈਕਸ਼ਨ ਇਹੋ ਜਿਹੀ ਚੀਜ਼ ਨਹੀਂ ਹੁੰਦੀ ਜਿੱਥੇ ਜਾ ਕੇ ਫੁੱਲ ਸਟਾਪ ਲੱਗ ਜਾਵੇ। ਤੁਹਾਡੇ ਕੋਲ ਦੁਬਾਰਾ ਮੌਕਾ ਹੁੰਦਾ ਦੁਬਾਰਾ ਅਪਲਾਈ ਕਰਨ ਦਾ। ਬਟ ਇਹ ਨਾ ਸਮਝ ਕੇ ਚਲੋ ਜੇ ਅਸੀਂ ਕਿਸੇ ਵੀ ਕੰਸਲਟੈਂਟ ਕੋਲ ਜਾ ਕੇ ਵੀਜ਼ਾ ਅਪਲਾਈ ਕਰ ਰਹੇ ਹਾਂ ਜਾਂ ਕਿਸੇ ਵੀ ਕੰਟਰੀ ਦਾ ਅਪਲਾਈ ਕਰ ਰਹੇ ਹਾਂ, ਮੇਰੇ ਪੇਜ 'ਤੇ ਜਾ ਕੇ ਦੇਖੋਗੇ ਬਹੁਤ ਸਾਰੇ ਵੀਜ਼ਾ ਹੋਣਗੇ, ਹੋਰਨਾਂ ਕੰਸਲਟੈਂਟ ਦੇ ਜਾ ਕੇ ਦੇਖੋਗੇ ਬਹੁਤ ਸਾਰੇ ਵੀਜ਼ਾ ਹੋਣਗੇ। ਹੁਣ ਰਿਜੈਕਸ਼ਨ ਤਾਂ ਅਸੀਂ ਪੋਸਟ ਕਰਨ ਹੋ ਰਹੇ, ਜਿਹਦਾ ਵਿਚਾਰੇ ਦਾ ਸੁਪਨਾ ਟੁੱਟਿਆ ਹੋਇਆ ਉਹਨੂੰ ਤਾਂ ਕਵਾਂਗੇ ਨਹੀਂ ਭਾਈ ਤੂੰ ਵੀਡੀਓ ਬਣਾ ਕੇ ਪਾ ਵੀ ਮੇਰਾ ਸੁਪਨਾ ਕਿਵੇਂ ਟੁੱਟਿਆ, ਕਿਵੇਂ ਮੈਂ ਇਹਨਾਂ ਕੋਲ ਉਮੀਦ ਲੈ ਕੇ ਸਾਲ ਪਹਿਲਾਂ ਆਇਆ ਸੀ, 6 ਮਹੀਨੇ ਪਹਿਲਾਂ ਆਇਆ ਸੀ, ਹੁਣ ਮੇਰਾ ਵੀਜ਼ਾ ਰਿਜੈਕਟ ਹੋ ਗਿਆ। ਕਾਮਯਾਬੀਆਂ ਸਾਰੇ ਹਾਈਲਾਈਟ ਕਰਦੇ ਨੇ, ਨਾਕਾਮਯਾਬੀਆਂ ਕੋਈ ਨਹੀਂ ਹਾਈਲਾਈਟ ਕਰਦਾ। ਪਰ ਇੱਕ ਚੀਜ਼ ਸਮਝ ਕੇ ਚੱਲੋ, ਨਾਕਾਮਯਾਬੀ ਤੋਂ ਹੋ ਕੇ ਹੀ ਤੁਸੀਂ ਕਾਮਯਾਬੀ ਵਾਲੇ ਪਾਸੇ ਜਾਂਦੇ ਹੋ। ਜੀ, ਇੱਕ ਚੀਜ਼ ਅਮਨ ਜੀ ਤੁਸੀਂ ਇੱਥੇ ਗੱਲ ਕੀਤੀ ਵੀਡੀਓ ਪੋਸਟ ਕਰਨ ਵਾਲੀ, ਕਿ ਇਹ ਤਾਂ ਡੈਫੀਨੇਟਲੀ ਕੋਈ ਨਹੀਂ ਦੱਸਦਾ ਕਿ ਸਾਡੀ ਰਿਜੈਕਸ਼ਨ ਆ ਗਈ ਹੈ। ਬਟ ਅਸੀਂ ਇਹ ਦੇਖਦੇ ਹਾਂ ਕਿ ਕਈ ਕੰਸਲਟੈਂਟਸ ਨੇ ਇੱਦਾਂ ਦੀ ਵੀਡੀਓਜ਼ ਪਾਈਆਂ ਹੁੰਦੀਆਂ ਕਿ ਅਸੀਂ 2 ਥਾਵੇਂ ਗਏ, 3 ਥਾਵੇਂ ਗਏ, ਸਾਡੀ ਰਿਜੈਕਸ਼ਨ ਆਈ, ਉਸ ਤੋਂ ਬਾਅਦ ਅਸੀਂ ਇੱਥੇ ਆਏ ਅਤੇ ਸਾਡਾ ਸਕਸੈਸ ਹੋ ਗਿਆ। ਸੋ ਐਵੇਂ ਕਿਵੇਂ ਹੁੰਦਾ ਹੈ ਕਿ ਉਹ 2-3 ਥਾਵੇਂ ਰਿਜੈਕਸ਼ਨ ਆਈ ਅਤੇ ਉਸ ਤੋਂ ਬਾਅਦ ਐਡਾ ਵੱਡਾ ਦਾਅਵਾ ਕੀਤਾ ਜਾਂਦਾ ਹੈ ਕਿ ਜੀ ਇੱਥੋਂ ਤਾਂ ਵੀਜ਼ਾ ਲੱਗ ਹੀ ਜਾਏਗਾ, ਗਾਰੰਟੀ ਹੈ ਸਾਡੀ ਕਿ ਵੀਜ਼ਾ ਲੱਗ ਜਾਏਗਾ? ਇਹ 'ਚ ਇੱਕ ਪਹਿਲੂ ਇਹ ਵੀ ਹੁੰਦਾ ਵਾ, ਹੁਣ ਮੰਨ ਲਓ ਜਿਹਦੀ ਇੱਕ ਥਾਂ ਤੋਂ ਮੰਨ ਲਓ ਮੇਰੇ 'ਤੇ ਰਿਜੈਕਸ਼ਨ ਆ ਗਈ, ਉਹ ਜਦੋਂ ਦੂਜੀ ਥਾਂ 'ਤੇ ਅਪਲਾਈ ਕਰਨ ਜਾਊਗਾ ਉਹਦਾ ਤਜਰਬਾ ਵੀ ਵਧਿਆ ਹੋਊਗਾ, ਉਹਦੀ ਨੌਲੇਜ ਵੀ ਵਧੀ ਹੋਊਗੀ, ਉਹਦਾ ਐਕਸਪੀਰੀਅੰਸ ਵੀ ਵਧਿਆ ਹੋਊਗਾ। ਮਤਲਬ ਫਿਰ ਰਿਜੈਕਸ਼ਨ ਆਈ, ਤੀਜੀ ਥਾਂ 'ਤੇ ਗਿਆ, ਫਿਰ ਉਹਦੀ ਤਜਰਬਾ ਹੋਰ ਵਧਿਆ, ਨੌਲੇਜ ਹੋਰ ਵਧੀ, ਐਕਸਪੀਰੀਅੰਸ ਹੋਰ ਵਧਿਆ। ਉਹ ਹੁੰਦਾ ਕੁਛ ਨਹੀਂ ਹੋਇਆ। ਕੰਸਲਟੈਂਟ ਸਾਰੇ ਜਿੰਨੇ ਪੰਜਾਬ ਦੇ ਹੈਗੇ ਨੇ, ਕੰਸਲਟੈਂਟ ਦਾ ਕੋਈ ਪੜ੍ਹਾਈ ਨਹੀਂ ਹੈਗੀ ਕਰਨੀ ਪੈਂਦੀ ਜਿਹੜੀ ਤੁਹਾਨੂੰ LLB ਜਾਂ ਕੁਛ ਇੱਦਾਂ ਦੀ ਪੜ੍ਹਾਈ ਕਰਨੀ ਪੈਂਦੀ ਹੋਵੇ। ਇਹ ਸਿਰਫ ਤਜਰਬੇ ਅਤੇ ਨੌਲੇਜ ਦੀ ਗੇਮ ਹੈਗੀ ਆ। ਹੁਣ ਜਦੋਂ ਤੁਸੀਂ ਦੂਜੀ ਥਾਂ ਤੋਂ ਜਾਂਦੇ ਹੋ ਉਹਦੇ ਵਿੱਚ ਕੀ ਹੁੰਦਾ, ਤੁਹਾਡਾ ਤਜਰਬਾ ਹੀ ਤੁਹਾਨੂੰ ਵੀਜ਼ਾ ਦਿਵਾਉਂਦਾ ਵਾ। ਹੁਣ ਮੇਰੇ ਕੋਲ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਊਂਗਾ, 15-20 ਦਿਨ ਪਹਿਲਾਂ ਅਸੀਂ ਸਟੂਡੈਂਟ ਦਾ ਟੈਸਟੀਮੋਨੀਅਲ ਸ਼ੂਟ ਕੀਤਾ। ਹੁਣ ਮੈਨੂੰ ਪਤਾ ਕੋਵਿਡ ਕਰਕੇ ਉਹਦੀ ਫਾਈਲ 6 ਮਹੀਨੇ ਮੇਰੇ ਕੋਲ ਪ੍ਰੋਸੈਸ ਦੇ ਵਿੱਚ ਰਹੀ, ਜਿੱਦਣ ਉਹ ਮੇਰੇ ਕੋਲ ਆਇਆ, ਜਿੱਦਣ ਉਹਦਾ ਵੀਜ਼ਾ ਆਇਆ। ਹੁਣ ਵੀਡੀਓ ਦੇ ਵਿੱਚ ਉਹਨੇ ਬੋਲਿਆ ਹੋਇਆ ਮੇਰਾ 5 ਦਿਨ 'ਚ ਵੀਜ਼ਾ ਆ ਗਿਆ। 5 ਦਿਨ ਕਿਹੜੇ? ਜਿੱਦਣ ਉਹਨੇ ਫਾਈਲ ਜਮ੍ਹਾਂ ਕਰਾਈ ਅਤੇ ਜਿੱਦਣ ਰਿਜ਼ਲਟ ਆਇਆ।
ਪਰ ਜਦੋਂ ਅਪਲਾਈ ਕੀਤਾ ਉਹਦੇ ਵਿੱਚ ਪਿੱਛੇ ਕਹਾਣੀ ਹੈਗੀ ਹੈ 6 ਮਹੀਨੇ ਦੀ। ਸੋ ਵੀਡੀਓ ਦੇ ਵਿੱਚ ਜਦੋਂ ਬੱਚੇ ਦਾ ਵੀਜ਼ਾ ਆ ਜਾਂਦਾ ਉਹਨੂੰ ਤੁਸੀਂ ਕਹਿ ਦਿਓ ਯਾਰ ਮੇਰਾ ਅੱਧੇ ਘੰਟੇ 'ਚ ਵੀਜ਼ਾ ਆ ਗਿਆ, ਉਹਨੇ ਬੋਲ ਦੇਣਾ ਮੇਰਾ ਅੱਧੇ ਘੰਟੇ 'ਚ ਵੀਜ਼ਾ ਆ ਗਿਆ। ਉਹਨੂੰ ਇਹ ਵੀ ਕਹਿ ਦੋਗੇ ਮੇਰਾ 5 ਮਿੰਟ 'ਚ ਵੀਜ਼ਾ ਆ ਗਿਆ, ਉਹਨੇ ਇਹ ਵੀ ਬੋਲ ਦੇਣਾ ਮੇਰਾ 5 ਮਿੰਟ 'ਚ ਵੀਜ਼ਾ ਆ ਗਿਆ। ਸੋ ਜੋ ਟੈਸਟੀਮੋਨੀਅਲਸ ਦੇ ਵਿੱਚ ਈਵਨ ਅਸੀਂ ਲੋਕ ਵੀ ਕਹਿੰਦੇ ਹਾਂ ਜਾਂ ਸਟੂਡੈਂਟ ਕਹਿੰਦੇ ਨੇ, ਹਰੇਕ ਬੰਦੇ ਦੀ ਆਪਣੀ ਜਰਨੀ ਹੁੰਦੀ, ਜੋ ਲਿਖਿਆ ਹੁੰਦਾ ਸਾਰਿਆਂ ਨੂੰ, ਕਈਆਂ ਨੂੰ 2 ਦਿਨ ਦੇ ਵਿੱਚ ਰਿਜ਼ਲਟ ਮਿਲ ਜਾਂਦੇ, ਕਈ ਵਿਚਾਰੇ ਵਧੀਆ ਹੁਣ ਜਿਵੇਂ ਕੈਨੇਡਾ ਦੇ ਬਹੁਤ ਸਾਰੇ ਸਟੂਡੈਂਟ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ 6 ਬੈਂਡ ਵਾਲੇ ਰਿਜੈਕਸ਼ਨਾਂ ਲੈ ਕੇ 4 5 ਘੁੰਮਦੇ ਰਹਿੰਦੇ ਨੇ। ਮੈਂ ਇੱਕ ਸਟੂਡੈਂਟ ਭੇਜਿਆ ਸੀ, ਹਾਈਐਸਟ ਸਟੂਡੈਂਟ ਦੇ 6.5 ਬੈਂਡ ਸੀ, ਤਾਂ ਵੀ 9 ਰਿਜੈਕਸ਼ਨਾਂ ਤੋਂ ਬਾਅਦ ਉਹ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਪਾਇਆ ਸੀ। ਨਾ ਉਹਦੇ ਕੋਲ ਪੈਸੇ ਦੀ ਕਮੀ ਸੀ, ਨਾ ਆਇਲਸ ਦੀ ਕਮੀ ਸੀ, ਨਾ ਉਹਦੀ ਇੰਗਲਿਸ਼ ਮਾੜੀ ਸੀ, ਬਟ ਫਿਰ ਵੀ ਹਰ ਵਾਰ ਰਿਜੈਕਸ਼ਨ ਆਈ ਜਾ ਰਹੀ ਸੀ। ਸੋ ਪੱਕਾ ਨਹੀਂ ਹੁੰਦਾ ਹੈਗਾ ਬੈਂਡ ਤੁਹਾਨੂੰ ਵੀਜ਼ਾ ਦਿਵਾਉਣਗੇ ਜਾਂ ਹੁਣ ਮੰਨ ਲਓ ਜੇ ਕੋਈ ਸਟੂਡੈਂਟ ਬਹੁਤ ਵਧੀਆ ਹੈਗਾ, ਮਾੜੇ ਏਜੰਟ ਕੋਲ ਵੀ ਚਲਾ ਗਿਆ, ਮਾੜੇ ਏਜੰਟ ਨੇ ਤਾਂ ਡਾਕੂਮੈਂਟ ਦੇ ਹਿਸਾਬ ਨਾਲ ਫਾਈਲ ਰੈਡੀ ਕਰ ਦੇਣੀ, ਵੀਜ਼ਾ ਤਾਂ ਵੀ ਆ ਜਾਣਾ। ਹੁਣ ਜੇ ਸਟੂਡੈਂਟ ਮਾੜਾ ਮਹਾ ਵਧੀਆ ਏਜੰਟ ਕੋਲ ਵੀ ਚਲਾ ਗਿਆ, ਹੁਣ ਜੇ ਪ੍ਰੋਫਾਈਲ ਹੀ ਮਾੜੀ ਉਹ ਮਹਾ ਵਧੀਆ ਏਜੰਟ ਵੀ ਇੱਕ ਕਰ ਲੂਗਾ, ਵੀਜ਼ਾ ਤਾਂ ਐਮਬੈਸੀ ਨਹੀਂ ਦੇਣਾ, ਫਿਰ ਵੀ ਵੀਜ਼ਾ ਰਿਜੈਕਟ ਹੋ ਜਾਊਗਾ। ਅੱਛਾ, ਇੱਥੇ ਹੁਣ ਤੁਸੀਂ ਇੱਕ ਸਵਾਲ ਖੜਾ ਕਰ ਦਿੱਤਾ ਕਿ ਜਿਹੜੇ ਟੈਸਟੀਮੋਨੀਅਲਸ ਹੁੰਦੇ ਨੇ ਉਹਦੇ ਵਿੱਚ ਵੀ ਗੜਬੜ ਕਰ ਦਿੱਤੀ ਜਾਂਦੀ ਹੈ। ਦੇਖੋ ਜੀ, ਉਹੀ ਚੀਜ਼ ਹੈ ਤੁਹਾਨੂੰ ਦੱਸਿਆ ਵੀ ਜਦੋਂ ਬੱਚੇ ਦਾ ਹੁਣ ਇੱਕ ਬਹੁਤ ਵਧੀਆ ਇਸ ਲਾਈਨ ਦੀ ਚੀਜ਼ ਆ, ਮੈਨੂੰ 12 ਸਾਲ ਹੋ ਗਏ ਕੰਮ ਕਰਦੇ ਨੂੰ, ਜਦੋਂ ਤੁਸੀਂ ਸਟੂਡੈਂਟ ਦਾ ਵੀਜ਼ਾ ਲਵਾਤਾ ਜਾਂ ਵੀਜ਼ਾ ਲੱਗ ਗਿਆ, ਰੱਬ ਹੋ ਤੁਸੀਂ ਉਹਦੇ ਵਾਸਤੇ, ਉਹਨੂੰ ਜੋ ਮਰਜ਼ੀ ਕਰਾ ਲਓ। ਲੋਕੀ ਮੈਂ ਪੰਜਾਬ ਦੇ ਲੋਕਾਂ ਦੀ ਬਹੁਤ ਵਧੀਆ ਤਾਰੀਫ ਵਾਲੀ ਗੱਲ ਵੀ ਕਹੂੰਗਾ, ਕੰਸਲਟੈਂਟ ਨੂੰ ਬਹੁਤ ਵਧੀਆ ਇੱਜ਼ਤ ਵੀ ਦਿੰਦੇ ਨੇ, ਪਰ ਜਦੋਂ ਵੀਜ਼ਾ ਰਿਜੈਕਟ ਵੀ ਹੋ ਜਾਂਦਾ ਹੈਗਾ ਜੁੱਤੀਆਂ ਵੀ ਨਾਲ ਹੀ ਲੈ ਕੇ ਖੜੇ ਹੁੰਦੇ ਨੇ ਵੀ ਸਾਡੀ ਗਲਤੀ ਨਹੀਂ ਤੁਹਾਡੀ ਗਲਤੀ ਸੀ ਤਾਂ ਕਰਕੇ ਵੀਜ਼ਾ ਰਿਜੈਕਟ ਹੋਇਆ। ਤਾਂ ਹੀ ਇਹ ਚੀਜ਼ ਦੇਖਣ ਨੂੰ ਮਿਲਦੀ ਹੈ ਕਿ ਲੋਕੀ ਜੇ ਇੱਕ ਥਾਂ ਤੋਂ ਵੀਜ਼ਾ ਰਿਜੈਕਟ ਹੁੰਦਾ ਦੂਜੇ ਦੀ ਪੌੜੀਆਂ ਚੜ੍ਹ ਜਾਂਦੇ ਨੇ, ਪਹਿਲੇ ਦੀ ਬੁਰਾਈ ਕਰਦੇ ਨੇ, ਫਿਰ ਦੂਜੇ ਤੋਂ ਰਿਜੈਕਟ ਹੋ ਜਾਂਦਾ ਤੀਜੇ ਦੀ ਪੌੜੀਆਂ ਚੜ੍ਹਦੇ ਨੇ, ਪਹਿਲੇ 2 ਦੀ ਬੁਰਾਈ ਕਰਦੇ ਨੇ, ਜਦ ਕਿ ਆਖਿਰ 'ਚ ਮਾਮਲਾ ਖੁਦ ਨੂੰ ਦੇਖਣ ਦਾ ਹੁੰਦਾ ਕਿ ਮੇਰੇ ਐਂਡ 'ਤੇ ਕੀ ਕਮੀ ਸੀਗੀ, ਮੇਰੇ ਵਿੱਚ ਕੀ ਕਮੀ ਸੀ ਜਾਂ ਮੇਰੀ ਪ੍ਰੋਫਾਈਲ, ਕਿਉਂਕਿ ਜਦੋਂ ਅੰਬੈਸੀ ਵੀਜ਼ਾ ਰਿਜੈਕਟ ਕਰਦੀ ਹੈ ਉਹ 'ਚ ਕੋਈ ਇਹੋ ਜਿਹਾ ਤਾਂ ਪੁਆਇੰਟ ਹੁੰਦਾ ਨਹੀਂਗਾ ਵੀ ਤੇਰਾ ਏਜੰਟ ਮਾੜਾ ਸੀ, ਤੇਰਾ ਏਜੰਟ ਦਾ ਦਫ਼ਤਰ ਛੋਟਾ ਸੀ, ਤੇਰਾ ਏਜੰਟ ਇੱਦਾਂ ਸੀ, ਤੇਰਾ ਏਜੰਟ, ਉਹ 'ਚ ਲਿਖਿਆ ਹੁੰਦਾ ਕੈਨੇਡਾ ਲਿਖਦਾ ਮੈਂ ਇੰਟਰਵਿਊ ਕਰਕੇ ਰਿਜੈਕਟ ਕੀਤਾ, ਮੈਂ ਇਹਦੇ ਕਰਕੇ ਰਿਜੈਕਟ ਕੀਤਾ, UK ਬਕਾਇਦਾ ਡਿਟੇਲ 'ਚ ਲਿਖ ਕੇ ਦਿੰਦਾ, ਯੂਰਪ ਦੀ ਕੰਟਰੀਆਂ ਬਕਾਇਦਾ ਡਿਟੇਲ 'ਚ ਲਿਖ ਕੇ ਦਿੰਦੀਆਂ ਨੇ ਰਿਜੈਕਸ਼ਨ ਦਾ ਕਾਰਨ ਕੀ ਆ। ਸੋ ਆਪਣੇ 'ਤੇ ਹੁੰਦਾ, ਉਹਨੂੰ ਸਮਝ ਕੇ ਆਪਾਂ ਸੁਧਾਰ ਕੇ ਦੁਬਾਰਾ ਵੀਜ਼ਾ ਵੀ ਲੈ ਸਕਦੇ ਹਾਂ। ਰਾਈਟ, ਉਹੀ ਚੀਜ਼ ਸ਼ਾਇਦ ਜਦੋਂ ਤੁਸੀਂ ਨੈਕਸਟ ਕੰਸਲਟੈਂਟ ਦੇ ਕੋਲ ਜਾਂਦੇ ਹੋ ਤਾਂ ਉਹ ਸਾਰੀ ਡਿਟੇਲ ਦੇਖਦੇ ਨੇ ਕਿ ਹਾਂ ਵੀ ਵੀਜ਼ਾ ਕਿਉਂ ਰਿਜੈਕਟ, ਗਲਤੀ ਪਤਾ ਚੱਲ ਜਾਂਦੀ, ਗਲਤੀ ਨੂੰ ਸੁਧਾਰਨ ਦਾ ਮੌਕਾ ਮਿਲ ਜਾਂਦਾ ਵਾ। ਉਹੀ ਕਾਰਨ ਰਹਿੰਦਾ ਵਾ ਕਿ ਵੀਜ਼ਾ ਜੇ 1 ਰਿਜੈਕਸ਼ਨ 2 ਰਿਜੈਕਸ਼ਨ 3 ਰਿਜੈਕਸ਼ਨ ਤੋਂ ਬਾਅਦ ਜੇ ਕੋਈ ਮੰਤਰ ਕੰਮ ਕਰ ਜਾਂਦਾ ਉਹ ਏਜੰਟ ਦੇ ਐਂਡ 'ਤੇ ਨਹੀਂ ਕਰਦਾ, ਤੁਹਾਡੇ ਆਪ ਦੇ ਐਂਡ 'ਤੇ ਕਰਦਾ, ਕਿਉਂਕਿ ਤੁਹਾਡਾ ਸੁਧਾਰ ਹੋ ਚੁੱਕਾ ਹੁੰਦਾ। ਮੰਨ ਲਓ ਤੁਸੀਂ ਅੱਜ ਜੌਬ ਦਾ ਬੀਟੈਕ ਕਰਕੇ ਇੱਕ ਸਟੂਡੈਂਟ ਬੀਟੈਕ ਜੌਬ ਅਪਲਾਈ ਕਰਨ ਗਿਆ, ਪਹਿਲੀ ਵਾਰ ਘਬਰਾਇਆ ਹੋਇਆ, ਡਰਿਆ, ਸਾਹ ਚੜਿਆ ਹੋਇਆ, ਦੂਜੀ ਵਾਰ ਜਾਊਗਾ ਉਹਨੂੰ ਮਾੜਾ ਜਿਹਾ ਕੌਨਫੀਡੈਂਸ ਹੋਊਗਾ ਕਿ ਮੇਰੇ ਤੋਂ ਕੀ ਪੁੱਛਣਗੇ, ਤੀਜੀ ਵਾਰ ਜਾਊਗਾ ਉਹਦਾ ਕੌਨਫੀਡੈਂਸ ਹੋਰ ਉੱਤੇ ਹੋ। ਮੰਨ ਲਓ ਜੇ ਉਸੇ ਸਟੂਡੈਂਟ ਨੇ 50 ਇੰਟਰਵਿਊ ਦਿੱਤੇ ਹੋਏ ਜੌਬ ਦੇ, ਜਦੋਂ 51ਵੀਂ ਵਾਰ ਜਾਊਗਾ ਉਹਦਾ ਕੌਨਫੀਡੈਂਸ ਅਸਮਾਨ ਨੂੰ ਹੋਊਗਾ ਕਿ ਮੈਨੂੰ ਪਤਾ ਕੀ ਪੁੱਛਣਾ, ਮੈਂ ਤਾਂ ਦੇ ਕੇ ਆ ਜਾਣਾ, ਨਾ ਉਹਨੂੰ ਰਿਜ਼ਲਟ ਦੀ ਪਰਵਾਹ ਹੋਊਗੀ, ਨਾ ਉਹਨੂੰ ਕਿਸੇ ਚੀਜ਼ ਦਾ ਡਰ ਹੋਊਗਾ। ਉਹੀ ਤੁਹਾਡੇ ਵੀਜ਼ਾ ਦੇ ਵਿੱਚ ਆ ਜਾਂਦਾ, ਕਈਆਂ ਨੂੰ ਪਹਿਲੀ ਵਾਰ 'ਚ ਕਾਮਯਾਬੀ ਮਿਲ ਜਾਂਦੀ, ਕਈਆਂ ਨੂੰ ਅੱਗੇ ਜਾ ਕੇ ਕਾਮਯਾਬੀ ਮਿਲਦੀ ਹੈ, ਬਟ ਦੇਰ ਸਵੇਰ ਜੇ ਤੁਸੀਂ ਰਾਹ 'ਤੇ ਪੈਂਦੇ ਹੋ ਮਿਲ ਸਾਰਿਆਂ ਨੂੰ ਜਾਂਦੀ ਆ ਜੀ। ਤੇ ਹੁਣ ਅਸੀਂ ਗੱਲ ਕਰਾਂਗੇ UK ਦੀ ਤੇ ਕੈਨੇਡਾ ਦੀ। UK ਤੇ ਕੈਨੇਡਾ ਲੋਕਾਂ ਦੇ ਲਈ ਖਾਸ ਅਟਰੈਕਸ਼ਨ ਹਮੇਸ਼ਾ ਬਣੇ ਰਹੇ ਨੇ ਤੇ ਇਹ ਕੰਟਰੀਜ਼ ਬਹੁਤ ਜ਼ਿਆਦਾ ਸਪੋਰਟਿਵ ਵੀ ਰਹਿੰਦੀਆਂ ਨੇ ਸਟੂਡੈਂਟਸ ਨੂੰ। ਸੋ ਇਹਨਾਂ ਦੇ ਵੀਜ਼ਾਸ ਬਾਰੇ ਹੁਣ ਗੱਲ ਕਰਾਂਗੇ ਕਿ ਇਹਨਾਂ ਦੇ ਵੀਜ਼ਾਸ ਕਿਵੇਂ ਓਪਨ ਹੋ ਚੁੱਕੇ ਨੇ, ਕਿਹੜੇ ਆਪਸ਼ਨਸ ਨੇ ਸਟੂਡੈਂਟਸ ਦੇ ਕੋਲ। UK ਕੈਨੇਡਾ ਦੋਨਾਂ ਦੀਆਂ ਅਸੀਂ ਐਪਲੀਕੇਸ਼ਨਸ ਲੈ ਰਹੇ ਹਾਂ। +2 ਦੇ ਵਿੱਚੋਂ 60% ਤੋਂ ਉੱਪਰ, ਗ੍ਰੈਜੂਏਸ਼ਨ ਦੇ ਵਿੱਚੋਂ 50% ਤੋਂ ਉੱਪਰ ਨੰਬਰ ਹੈਗੇ ਨੇ। ਕੈਨੇਡਾ ਵਾਸਤੇ IELTS ਦੇ ਵਿੱਚੋਂ 6 ਬੈਂਡ ਹੈਗੇ ਨੇ, UK ਵਾਸਤੇ 5.5 ਤੋਂ ਉੱਪਰ ਬੈਂਡ ਹੈਗੇ ਨੇ, ਜਾਂ ਰੀਸੈਂਟ 2019 ਤੋਂ ਬਾਅਦ ਪੜ੍ਹਾਈ ਕੀਤੀ ਹੋਈ ਆ, ਅਪਲਾਈ ਕਰ ਸਕਦੇ ਹੋ। ਅਸੀਂ ਇੱਕ ਆਪਸ਼ਨ ਦਿੰਦੇ ਹਾਂ ਤੁਹਾਨੂੰ ਕਿ ਤੁਸੀਂ ਕਾਲਜ ਦੀ ਫੀਸ, ਅੰਬੈਸੀ, ਇੰਸ਼ੋਰੈਂਸ, ਜਿੰਨੇ ਵੀ ਫਾਈਲ ਦੇ ਫੁਟਕਲ ਖਰਚੇ ਹੈਗੇ ਵੀਜ਼ਾ ਲੱਗਣ ਤੋਂ ਬਾਅਦ ਪੇ ਕਰ ਸਕਦੇ ਹੋ। ਸੋ ਇੱਕ ਜੋ ਰਿਸਕ ਪਾਰਟ ਹੁੰਦਾ ਜਾਂ ਡਰ ਹੁੰਦਾ ਕਿ ਵੀਜ਼ਾ ਨਾ ਆਉਣ ਦੀ ਸੂਰਤ ਦੇ ਵਿੱਚ ਮੇਰੀ ਡਿਡਕਸ਼ਨ ਹੋਊਗੀ, ਮੇਰਾ ਪੈਸਿਆਂ ਦਾ ਨੁਕਸਾਨ ਹੋਊਗਾ। UK ਦੇ ਕੇਸ ਦੇ ਵਿੱਚ ਖਾਸ ਤੌਰ 'ਤੇ ਜਦੋਂ ਵੀਜ਼ਾ ਨਹੀਂ ਆਉਂਦਾ 2-2.5 ਲੱਖ ਰੁਪਏ ਡਿਡਕਟ ਹੋ ਜਾਂਦਾ। ਸੋ ਅਸੀਂ ਕੋਸ਼ਿਸ਼ ਕਰਦੇ ਕਿ ਸਟੂਡੈਂਟ ਦਾ ਉਹ ਰਿਸਕ ਪਾਰਟ ਆਪਣੇ ਐਂਡ 'ਤੇ ਵਰਕਆਊਟ ਕਰੀਏ। ਉਹਦੇ ਵਾਸਤੇ ਅਸੀਂ ਵਧੀਆ ਫਾਈਲਾਂ ਚੱਕਦੇ ਹਾਂ, ਉਹਨਾਂ 'ਤੇ ਪੂਰੀ ਮਿਹਨਤ ਕਰਦੇ ਹਾਂ ਇੰਟਰਵਿਊ ਪ੍ਰੈਪਰੇਸ਼ਨ 'ਤੇ। ਸੋ UK ਕੈਨੇਡਾ ਜਨਵਰੀ ਇਨਟੇਕ ਵਾਸਤੇ, ਜੂਨ ਵਾਸਤੇ, ਸਤੰਬਰ ਵਾਸਤੇ ਕੋਈ ਵੀ ਅਪਲਾਈ ਕਰਨਾ ਚਾਹੁੰਦਾ ਡਾਕੂਮੈਂਟਸ ਲੈ ਕੇ ਨੀਅਰ ਬਾਏ ਬ੍ਰਾਂਚ ਜਿਹੜੀ ਹੈਗੀ ਉੱਥੇ ਵਿਜ਼ਿਟ ਕਰ ਸਕਦੇ ਹੋ। ਜੀ, ਇਹਦੇ ਨਾਲ ਹੀ ਮੈਂ ਦਰਸ਼ਕਾਂ ਨੂੰ ਦੱਸ ਦਿੰਦਾ ਕਿ ਜਿਹੜੀਆਂ
ਇਹਨਾਂ ਦੀ ਬ੍ਰਾਂਚਸ ਨੇ ਉਹ ਚੰਡੀਗੜ੍ਹ ਦੇ ਵਿੱਚ, ਮੋਹਾਲੀ ਦੇ ਵਿੱਚ, ਅੰਮ੍ਰਿਤਸਰ ਦੇ ਵਿੱਚ, ਜਲੰਧਰ ਦੇ ਵਿੱਚ, ਪਟਿਆਲਾ ਦੇ ਵਿੱਚ, ਬਠਿੰਡਾ ਦੇ ਵਿੱਚ, ਮੇਰੇ ਖਿਆਲ ਨਾਲ ਲੁਧਿਆਣਾ ਦੇ ਵਿੱਚ। ਸੋ ਲੁਧਿਆਣਾ ਤੇ ਬੇਸਿਕਲੀ ਹੱਬ ਹੈ ਨਾ, ਬਿਲਕੁਲ ਸੈਂਟਰ ਆਫ ਦੀ ਪੰਜਾਬ। ਸੋ ਹਰ ਜਗ੍ਹਾ ਦੇ ਉੱਤੇ ਤੁਹਾਨੂੰ ਬ੍ਰਾਂਚ ਮਿਲ ਜੇਗੀ, ਤੁਸੀਂ ਜਿਹੜਾ ਉੱਥੇ ਵਿਜ਼ਿਟ ਕਰ ਸਕਦੇ ਹੋ ਤੇ ਆਪਣੀ ਫਾਈਲ ਜਿਹੜੀ ਹੈ ਚੈੱਕ ਕਰਵਾ ਸਕਦੇ ਹੋ। ਤੇ ਇਸ ਦੇ ਨਾਲ ਹੀ ਮੈਂ ਇਹ ਗੱਲ ਕਰਾਂਗਾ ਕਿ ਜਿਵੇਂ ਤੁਸੀਂ ਗੱਲ ਕੀਤੀ ਕਿ ਰਿਸਕ ਫੈਕਟਰ ਜਿਹੜਾ ਹੈਗਾ ਉਹ ਤੁਸੀਂ ਆਪਣੇ ਉੱਪਰ ਲੈ ਲੈਂਦੇ ਹੋ। ਜਦੋਂ ਵੀ ਕੋਈ ਆਫਰ ਹੁੰਦੀ ਹੈ ਤਾਂ ਉਸ ਦੇ ਉੱਤੇ ਇੱਕ ਸਟਾਰ ਕੰਡੀਸ਼ਨ ਹੁੰਦੀ ਹੈ। ਸੋ ਇੱਥੇ ਇੱਦਾਂ ਦੀ ਕੋਈ ਕੰਡੀਸ਼ਨ ਹੈ ਉਸ ਦੇ ਵਿੱਚ ਹੀ ਹੈ? ਇਹ ਬਹੁਤ ਕਲੀਅਰ ਹੈ ਕਿ ਤੁਸੀਂ ਕਿਸੇ ਵੀ ਫਾਈਲ ਦੇ ਲਈ ਜਿਹੜਾ ਹੈ ਕੁਝ ਵੀ ਚਾਰਜ ਨਹੀਂ ਕਰੋਗੇ, ਦੈਨ ਉਸ ਤੋਂ ਬਾਅਦ ਜਦੋਂ ਵੀਜ਼ਾ ਆਏਗਾ ਦੈਨ ਉਸ ਤੋਂ ਬਾਅਦ ਹੀ ਤੁਸੀਂ ਉਹ ਫੀਸ ਪੇ ਕਰਨੀ ਹੈ? ਨਹੀਂ, ਇਹਦੇ ਵਿੱਚ ਕੰਡੀਸ਼ਨ ਕੁਝ ਨਹੀਂ ਹੈਗੀ, ਬਟ ਇਹ ਆ ਕਿ ਲਿਮਿਟਡ ਫਾਈਲਾਂ ਚੱਕਦੇ। ਹੁਣ ਮੰਨ ਲਓ ਤੁਸੀਂ 20 ਫਾਈਲਾਂ ਚੱਕ ਲੀਆਂ, ਜੇ ਤੁਸੀਂ ਕੰਮ ਕਰ ਰਹੇ ਹੋ, ਜਿਵੇਂ ਕੁਛ ਏਜੰਟ ਕਰਦੇ ਨੇ ਵੀਜ਼ਾ ਨਾ ਆਵੇ, ਜਿਵੇਂ ਯੂਕੇ ਵਾਸਤੇ ਫਾਈਲ ਲੈ ਲੈਂਦੇ ਨੇ, 33% ਦੀ ਆਪਾਂ ਨੂੰ ਐਡਾਂ ਦੇਖਣ ਨੂੰ ਮਿਲਦੀਆਂ ਨੇ। ਨੋ ਡਾਊਟ ਉਹਨਾਂ 'ਚ ਵੀ ਕਈਆਂ ਦੇ ਵੀਜ਼ਾ ਆ ਜਾਂਦੇ ਨੇ। ਉਹਨਾਂ ਨੇ ਹੀ ਕਰਨਾ, ਆਪ ਕੁਛ ਨਹੀਂ ਲੈਣਾ, ਬੱਚੇ ਨੂੰ ਕਹਿਣਾ ਤੇਰਾ 20 ਲੱਖ ਫੰਡ ਸ਼ੋ ਕਰਨਾ, ਉਹਦਾ 2 ਲੱਖ ਰੁਪਇਆ ਦੇ ਦੇ। ਵੀਜ਼ਾ ਆਉਣ ਦੀ ਸੂਰਤ 'ਚ ਵੀ 2 ਲੱਖ ਰੁਪਇਆ ਬਚਣਾ, ਨਾ ਆਉਣ ਦੀ ਸੂਰਤ 'ਚ ਵੀ 2 ਲੱਖ ਰੁਪਇਆ ਬਚਣਾ। ਉੱਥੋਂ ਕੰਮ ਚੱਲਦਾ ਰਹਿੰਦਾ। ਸਾਡੇ ਕੰਮ ਦੇ ਵਿੱਚ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਾਂ, ਲੰਬੇ ਸਮੇਂ ਤੱਕ ਕੰਮ ਕਰਨਾ, ਇੱਕ ਰੈਫਰੈਂਸ ਬਣੀ ਹੋਈ ਹੈ, ਇਮੇਜ ਬਣੀ ਹੋਈ ਹੈ, ਉਹਨੂੰ ਮੇਨਟੇਨ ਕਰਨ ਲਈ ਅਸੀਂ ਕੋਸ਼ਿਸ਼ ਕੀ ਕਰਦੇ ਹਾਂ ਕਿ ਸਿਰਫ ਵੀਜ਼ਾ ਵਾਲੀ ਫਾਈਲਾਂ 'ਤੇ ਫੋਕਸ ਕੀਤਾ ਜਾਵੇ। ਸੋ ਕਈ ਵਾਰ ਸਟੂਡੈਂਟ ਜ਼ਰੂਰ ਨੈਗੇਟਿਵ ਫੀਡਬੈਕ ਦਿੰਦਾ। ਕੱਲ੍ਹ ਪਰਸੋਂ ਵੀ ਕਿਸੇ ਨੇ ਗੂਗਲ ਰਿਵਿਊ 'ਤੇ ਕੀਤਾ ਹੋਇਆ ਸੀ, ਮੈਂ ਇਹਨਾਂ ਦੇ ਆਫਿਸ ਅਪਲਾਈ ਕਰਨ ਗਿਆ, ਇਹਨਾਂ ਨੇ ਮੇਰੀ ਫਾਈਲ ਲੈਣ ਤੋਂ ਮਨਾ ਕਰਤਾ, ਬੇਕਾਰ ਕੰਸਲਟੈਂਟ। ਹੁਣ ਜੇ ਅਸੀਂ ਫਾਈਲ ਲੈਣ ਤੋਂ ਮਨਾ ਕਰਤਾ, ਉਹਦਾ ਕਾਰਨ ਕੀ ਸੀਗਾ? ਐਲੀਜੀਬਿਲਿਟੀ ਨਹੀਂ ਹੈਗੀ। ਫਿਰ ਵੀ ਬੇਕਾਰ ਕੰਸਲਟੈਂਟ ਕਹਿ ਰਹੇ, ਦੈਟ ਮੀਨ ਤੁਹਾਨੂੰ ਜੇ ਸੱਚਾਈ ਦੱਸ ਰਹੇ ਕਿ ਵੀਜ਼ਾ ਨਹੀਂ ਲੱਗ ਸਕਦਾ ਹੈਗਾ ਜਾਂ ਨਹੀਂ ਆਉਣ ਦੇ ਚਾਂਸਸ ਹੈਗੇ। ਸੋ ਇੱਕ ਜੋ ਟਰਮ ਐਂਡ ਕੰਡੀਸ਼ਨ ਸਿਰਫ ਇਹੀ ਹੈਗੀ ਕਿ ਸਿਰਫ ਉਹ ਫਾਈਲ ਨਾ ਪਿਕ ਕਰਦੇ ਆ ਜਿਨ੍ਹਾਂ ਦੇ ਐਟਲੀਸਟ 90-95% ਵੀਜ਼ਾ ਆਉਣ ਦੇ ਚਾਂਸਸ ਹੈਗੇ। ਬਾਕੀ ਫਾਈਲਾਂ ਜਿਹੜੀਆਂ ਪਤਾ ਵੀ ਆ ਰਿਜੈਕਸ਼ਨ ਆ ਜਾਣੀ ਹੈ। ਅੱਛਾ ਕੋਈ ਕੰਸਲਟੈਂਟ ਹੋਊਗਾ, ਏਜੰਟ ਹੋਊਗਾ, ਉਹਨੂੰ ਨਾ ਕਹਿੰਦੇ ਨਾ ਸ਼ਕਲ ਦੇਖ ਕੇ, ਸਟੂਡੈਂਟ ਦੀ ਪ੍ਰੋਫਾਈਲ ਦੇਖ ਕੇ ਪਤਾ ਚੱਲ ਜਾਂਦਾ ਕਿ ਇਹਦਾ ਵੀਜ਼ਾ ਆਉਣਾ ਨਹੀਂ ਆਉਣਾ ਹੈਗਾ। ਫਿਰ ਵੀ ਜੋ ਫਾਈਲ ਲੈਂਦਾ ਉਹਨੂੰ ਝੂਠੀਆਂ ਤਸੱਲੀਆਂ ਦਿੰਦਾ ਵੀ ਤੇਰਾ ਵੀਜ਼ਾ ਆ ਜਾਊਗਾ, ਪਤਾ ਇਹਦੀ ਰਿਜੈਕਸ਼ਨ ਆਉਣੀ ਹੈ। ਫਿਰ ਉਹਦਾ ਸੁਪਨੇ ਨਾਲ ਖੇਡ ਰਿਹਾ ਵਾ, ਜੋ ਕਿ ਕੁਝ ਏਜੰਟ ਕਰਦੇ ਨੇ, ਕੁਝ ਏਜੰਟ ਨਹੀਂ ਵੀ ਕਰਦੇ ਹੈਗੇ। ਅੱਛਾ, ਜਿੱਥੇ ਤੁਸੀਂ ਗੱਲ ਕੀਤੀ ਕਿ ਕੁਝ ਇੱਦਾਂ ਦੇ ਏਜੰਟਸ ਵੀ ਹੁੰਦੇ ਨੇ ਜਿਹੜੇ ਤੁਹਾਨੂੰ ਗਾਰੰਟੀ ਦੇ ਦਿੰਦੇ, ਗਾਰੰਟੀ ਨਹੀਂ ਦਿੰਦੇ, ਇੱਕ ਆਫਰ ਦੇ ਦਿੰਦੇ ਕਿ 33% 'ਤੇ ਵੀ ਆ ਜਾਓ, ਵੈਲਕਮ ਹੈ। ਸੋ ਉਹਨਾਂ ਦੇ ਵਿੱਚੋਂ ਕੁਝ ਵੀਜ਼ਾਸ ਲੱਗ ਵੀ ਜਾਂਦੇ ਨੇ। ਸੋ ਉਹ ਕਿਵੇਂ ਫਿਰ ਲਗਵਾਉਂਦੇ ਨੇ? ਕੀ ਉਹ ਯੂਨੀਵਰਸਿਟੀਜ਼ ਕੁਝ ਡਿਫਰੈਂਟ ਹੁੰਦੀਆਂ ਨੇ, ਕੋਰਸਸ ਡਿਫਰੈਂਟ ਹੁੰਦੇ ਨੇ, ਕੀ ਹੁੰਦਾ ਫਰਕ ਕੀ ਹੁੰਦਾ? ਇੱਕ ਨਾ ਪੰਜਾਬ ਦੇ ਵਿੱਚ ਕੀ ਚੀਜ਼ ਹੈਗੀ ਆ, ਇੱਕ ਤਾਂ ਹਰੇਕ ਕੰਟਰੀ ਦਾ ਅਲੱਗ-ਅਲੱਗ ਐਲੀਜੀਬਿਲਿਟੀ ਰਿਕੁਆਇਰਮੈਂਟ ਹੈਗਾ। ਵਧੀਆ ਸਟੂਡੈਂਟ ਮੰਨ ਲਓ 6 ਬੈਂਡ ਵਾਲਾ ਬੱਚਾ, ਉਹਦੇ ਵਾਸਤੇ ਹਜ਼ਾਰਾਂ ਕੰਸਲਟੈਂਟ ਦੇ ਆਪਸ਼ਨ ਨੇ। ਜਿਹਦੇ ਕੋਲ ਪੈਸੇ ਹੈਗੇ, ਹਜ਼ਾਰਾਂ ਕੰਸਲਟੈਂਟ ਦੇ ਆਪਸ਼ਨ ਨੇ। ਉਹ ਦੇਖੂਗਾ ਸਰਵਿਸ ਕਿਹਦੀ ਵਧੀਆ, ਰੈਫਰੈਂਸ ਕਿਹਦੀ ਵਧੀਆ, ਉਹਦੇ ਕੋਲ ਅਪਲਾਈ ਕਰੂਗਾ। ਫਿਰ ਇੱਕ ਸੈਗਮੈਂਟ ਬਚਦਾ ਵਾ ਸਟੂਡੈਂਟ ਦਾ ਜਾਂ ਕੈਂਡੀਡੇਟ ਦਾ, ਬਾਹਰ ਜਾਣ ਵਾਲੇ, ਜਿਨ੍ਹਾਂ ਦੇ ਨੰਬਰ ਘੱਟ ਨੇ, ਇੰਗਲਿਸ਼ ਨਹੀਂ ਬੋਲ ਸਕਦੇ ਹੈਗੇ, ਵੀਜ਼ਾ ਦੀ ਰਿਜੈਕਸ਼ਨਾਂ ਲੱਗੀਆਂ ਹੋਈਆਂ ਨੇ। ਉਹਨਾਂ ਨੂੰ ਚਾਹੀਦਾ ਹੁੰਦਾ ਕੋਈ ਉਹਨਾਂ ਦੇ ਸੁਪਨੇ ਦੀ ਨੂੰ ਰਾਹ ਦਿਖਾਵੇ, ਉਹਨਾਂ ਦੀ ਬਾਂਹ ਫੜ ਕੇ ਉਹਨਾਂ ਨੂੰ ਕੱਢੇ। ਇਹੋ ਜਿਹੇ ਕੇਸਿਸ ਦੇ ਵਿੱਚ ਲੋਕੀ ਜਿਵੇਂ ਪੰਜਾਬ 'ਚ ਵਰਕ ਪਰਮਿਟ ਦੇ ਨਾਂ 'ਤੇ ਫਰੋਡਸ ਹੁੰਦੇ ਨੇ, ਜਾਂ ਜਿਵੇਂ ਡੌਂਕੀਆਂ ਲੱਗਦੀਆਂ ਸੀ, ਹੁਣ ਤਾਂ ਇਸ ਸਾਲ ਚਲੋ ਉਹ ਵੀ ਘਟੀਆਂ ਹੋਈਆਂ ਨੇ, ਉਹਦੀ ਬਹੁਤ ਖਬਰਾਂ ਆਉਂਦੀਆਂ ਸੀ। ਵਰਕ ਪਰਮਿਟ ਦੇ ਨਾਂ 'ਤੇ ਪੈਸੇ ਲੈ ਲਏ, ਡੌਂਕੀ ਦੇ ਨਾਂ 'ਤੇ ਪੈਸੇ ਲੈ ਲਏ। ਪਿਛਲੇ ਕੁਛ ਮਹੀਨੇ ਵਿਆਹਾਂ ਵਾਲੀ ਬੜੀਆਂ ਖਬਰਾਂ ਆਈਆਂ ਨੇ ਕਿ ਜੋ 1-2 ਕੇਸਿਸ ਆਪਣੀ ਨੌਲੇਜ ਆਏ ਵੀ ਸੀ ਸੁਸਾਈਡ ਦੇ, ਕਿ ਲੈ ਕੇ ਨਹੀਂ ਗਏ ਹੈਗੇ। ਫਿਰ ਬੈਕ ਟੂ ਬੈਕ ਕੇਸਿਸ ਆਉਂਦੇ ਰਹੇ ਕਿ 25 ਲੱਖ ਰੁਪਇਆ ਉਹਨੇ ਲਾਇਆ, ਲੈ ਕੇ ਉਹਨੂੰ ਜਾਣਾ ਸੀ, ਲੈ ਕੇ ਨਹੀਂ ਗਏ, ਪਿੱਛੋਂ ਕਹਾਣੀਆਂ ਹੋਰ ਨਿਕਲੀਆਂ। ਉਹ ਸਾਰੀ ਚੀਜ਼ਾਂ 'ਚ ਇੱਕ ਕਾਮਨ ਤੰਦ ਕੀ ਹੁੰਦੀ ਹੈ, ਇਹ ਉਹ ਲੋਕ ਹੁੰਦੇ ਨੇ ਜਿਨ੍ਹਾਂ ਨੇ ਬਾਹਰ ਜਾਣਾ ਹੁੰਦਾ ਬਟ ਇਹਨਾਂ ਨੂੰ ਕੋਈ ਰਾਹ ਨਹੀਂ ਮਿਲਿਆ ਹੁੰਦਾ। ਫਿਰ ਇਹ ਜਿਹੜੇ ਕੰਸਲਟੈਂਟ ਏਜੰਟ ਹੁੰਦੇ ਨੇ, ਇਹ ਲੱਭਦੇ ਨੇ ਘੱਟ ਪਰਸੈਂਟੇਜ ਵਾਲੇ ਜਿਨ੍ਹਾਂ ਦਾ ਵੀਜ਼ਾ ਨਹੀਂ ਲੱਗਿਆ। ਉਹਨਾਂ ਨੂੰ ਆਫਰ ਦੇਣਗੇ, ਤੈਨੂੰ ਵਰਕ ਪਰਮਿਟ ਲਵਾ ਦਿੰਦੇ ਆ, ਤੇਰਾ ਸੈਟਿੰਗ ਨਾਲ ਵੀਜ਼ਾ ਲਵਾ ਦਿੰਦੇ ਆ, ਤੈਨੂੰ ਵਿਆਹ ਕਰਾ ਕੇ ਭੇਜ ਦਿੰਦੇ ਆ। ਫਿਰ ਇੱਥੋਂ ਆ ਸਾਰੀ ਚੀਜ਼ਾਂ ਦੀ ਸ਼ੁਰੂਆਤ ਹੁੰਦੀ ਆ। ਇਹੀ ਇੱਕ ਕਾਰਨ ਹੈਗਾ ਜਿਹਦੇ ਕਰਕੇ ਹੁਣ ਜੇ ਇਮੀਗ੍ਰੇਸ਼ਨ ਇੰਡਸਟਰੀ ਪੋਜ਼ੀਟਿਵ ਵਾਸਤੇ ਵੀ ਜਾਣੀ ਜਾਂਦੀ ਹੈ, ਨੈਗੇਟਿਵ ਵਾਸਤੇ ਵੀ ਜਾਣੀ ਜਾਂਦੀ ਹੈ। ਸਿੱਕੇ ਦੇ ਦੋਨੋਂ ਪਹਿਲੂ ਨੇ। ਸਿੱਕੇ ਦੇ ਦੋਨੋਂ ਪਹਿਲੂ ਦੇ ਵਿੱਚ ਆ ਵਰਕ ਪਰਮਿਟ ਵਾਲੇ, ਸੈਟਿੰਗ ਵਾਲੇ, ਸਟੂਡੈਂਟ ਵੀਜ਼ਾ ਹੋ ਗਏ, ਜਾਂ ਵਿਆਹ ਵਾਲਾ ਸਭ ਤੋਂ ਵੱਡੀ ਕੈਟਾਗਰੀ ਜੋ ਅੱਜ ਦੇ ਟਾਈਮ 'ਚ ਪ੍ਰੋਮੀਨੈਂਟ ਹੈਗੀ ਆ। ਹਰ ਦੂਏ ਦਿਨ ਸਟੂਡੈਂਟ ਫੇਸਬੁੱਕ 'ਤੇ ਕਮੈਂਟ ਕਰ ਦਿੰਦਾ ਮੈਨੂੰ ਵਿਆਹ ਵਾਸਤੇ ਕੁੜੀ ਚਾਹੀਦੀ ਆ, ਜਾਂ ਕੁੜੀ ਕਮੈਂਟ ਕਰ ਦੂਗੀ ਮੇਰੇ 6 ਬੈਂਡ ਹੈਗੇ ਨੇ। ਉਹਦੇ ਨਾਲ ਕਹਾਵਤ ਵੀ ਸੀਗੀ, ਜਾਤ ਪਾਤ ਸਭ ਕੁਝ ਚੱਕਿਆ ਗਿਆ ਪੰਜਾਬ ਦੇ ਵਿੱਚੋਂ, ਆਇਲ ਸਭ ਤੋਂ ਜ਼ਰੂਰੀ ਚੀਜ਼ ਆ ਗਈ। ਤੁਸੀਂ ਕੋਈ ਅਖਬਾਰ ਵੀ ਚੱਕ ਕੇ ਦੇਖੋਗੇ, ਉਹਦੇ ਵਿੱਚ ਇਹੀ ਲਿਖਿਆ ਹੁੰਦਾ, ਇੰਨੇ ਪਾਸ, ਇੰਨੀ ਉਮਰ, ਆਇਲ 6 ਬੈਂਡ ਲਈ ਲੜਕੀ ਦੀ ਲੋੜ ਹੈ। ਜੋ ਕਿ ਬਹੁਤ ਸਾਲ ਪਹਿਲਾਂ ਹੁੰਦਾ ਸੀ ਉਮਰ ਕਿੰਨੀ ਆ, ਗੋਤ ਕੀ ਹੈਗੀ ਆ, ਪੜ੍ਹਾਈ ਕੀ ਕੀਤੀ ਹੋਈ ਆ, ਫਲਾਣਾ ਕੀ ਹੈਗਾ। ਉਹ ਅੱਜ ਦੇ ਟਾਈਮ ਸਿਰਫ ਆਇਲਸ ਦੇ ਬੈਂਡ ਰਹਿ ਗਏ ਨੇ ਜਿਹਦੇ ਬਿਹਾਫ 'ਤੇ ਵਿਆਹ ਹੋ ਰਹੇ ਨੇ। ਜੀ,
ਮੇਰੇ ਖਿਆਲ ਨਾਲ ਟਾਈਮ ਦੇ ਨਾਲ ਚੀਜ਼ਾਂ ਬਦਲ ਜਾਂਦੀਆਂ ਨੇ ਤੇ ਇਹ ਵੀ ਇੱਕ ਬਦਲਦੇ ਜ਼ਮਾਨੇ ਦੀ ਤਸਵੀਰ ਹੈਗੀ ਹੈ। ਸੋ ਜਿਵੇਂ ਤੁਸੀਂ ਗੱਲ ਕੀਤੀ ਕਿ ਇਹ ਗੱਲ ਬਿਲਕੁਲ ਸਹੀ ਹੈ। ਸੋ ਇੱਥੇ ਅਸੀਂ ਇਹ ਕਹਿ ਸਕਦੇ ਹਾਂ ਕਿ ਯੂਰੋਕੈਨ ਗਲੋਬਲ ਜਿਹੜਾ ਹੈਗਾ ਉਹ ਕਲੀਨ ਚਿੱਟ ਦੇ ਉੱਤੇ ਕੰਮ ਕਰ ਰਹੇ, ਯਾਨੀ ਕਿ ਸਾਫ਼ ਸੁਥਰੇ ਕੇਸਿਸ ਨੂੰ ਅਪਲਾਈ ਕਰ ਰਹੇ ਹੋ ਤੁਸੀਂ ਉਹਨਾਂ ਚੀਜ਼ਾਂ ਨੂੰ ਚੱਕ ਹੀ ਨਹੀਂ ਰਹੇ ਜੋ ਮਤਲਬ ਜੁਗਾੜ ਕਰਨਾ ਪਵੇ, ਜਿਸ ਦੇ ਲਈ ਦੇਸੀ ਭਾਸ਼ਾ ਦੇ ਵਿੱਚ ਅਗਰ ਕਹੀਏ ਸੋ, ਜਾਂ ਫਿਰ ਉਹਨਾਂ 'ਚ ਕੁਝ ਗੜਬੜਾਂ ਹੋ ਸਕਦੀਆਂ ਨੇ ਜੀ। ਉਹਦੇ ਵਿੱਚ ਉਹੀ ਰਹਿੰਦਾ, ਤੁਹਾਨੂੰ ਸਮਾਂ ਓਨਾ ਖਰਾਬ ਕਰਨਾ ਪੈਂਦਾ, ਮੱਥਾ ਪੱਚੀ ਓਨੀ ਕਰਨੀ ਪੈਂਦੀ ਹੈ। ਹੁਣ ਮੇਰੇ ਵਰਗਾ ਇੰਸਟਾਗ੍ਰਾਮ ਫੇਸਬੁੱਕ 'ਤੇ ਜਾਂ ਟੀ ਵੀ 'ਤੇ ਲਾਈਵ ਹੋ ਕੇ ਕੰਟਰੀ ਦੀ ਇਨਫੋਰਮੇਸ਼ਨ ਦੇ ਲੂਗਾ, ਮੇਰੇ ਤੋਂ ਜੋ ਮਰਜ਼ੀ ਪੁੱਛ ਲਓ। ਹੁਣ ਮੇਰੇ ਵਰਗਾ ਬੰਦਾ ਜੇ ਕਿਸੇ ਦੇ ਵਿਆਹ ਦੀ ਸੈਟਿੰਗ ਕਰਨ ਲੱਗ ਜੂਗਾ, ਜੀ ਮੇਰੇ ਕੋਲ 6 ਬੈਂਡ ਵਾਲੀ ਕੁੜੀ ਹੈਗੀ ਆ, ਤੁਹਾਡਾ ਮੁੰਡਾ, ਕੱਲ੍ਹ ਨੂੰ ਉਹਨਾਂ ਦਾ ਵਿਆਹ ਨੇਪਰੇ ਚੜੇ ਨਾ ਚੜੇ, ਮੈਨੂੰ ਵਿੱਚ ਘਸੀੜ ਲੈਣ। ਸੋ ਉਹ ਚੀਜ਼ਾਂ ਸਾਡੇ ਕੰਮ 'ਚ ਨਹੀਂ ਚੱਲਦੀਆਂ ਹੈਗੀਆਂ। ਬਹੁਤ ਸਾਰੇ ਮਾਰਕੀਟ ਦੇ ਵਿੱਚ ਅੱਛੇ ਕੰਸਲਟੈਂਟ ਹੈਗੇ ਨੇ, ਮੈਂ ਨਹੀਂ ਕਹੂੰਗਾ ਮੈਂ ਹੀ ਇਕੱਲਾ ਬੈਠਾ, ਮੇਰੇ 'ਚ ਵੀ ਕਮੀਆਂ ਪੇਸ਼ੀਆਂ ਹੈਗੀਆਂ ਨੇ। ਸੋ ਕੋਸ਼ਿਸ਼ ਕਰੋ ਅੱਛੇ ਕੰਸਲਟੈਂਟ ਕੋਲ ਜਾਓ। ਬਾਹਰ ਜਾਣ ਦੇ ਜੋ ਸਹੀ ਰਾਹ ਹੈਗੇ ਨੇ, ਸਟੱਡੀ ਵੀਜ਼ਾ 'ਤੇ ਜਾ ਸਕਦੇ ਹੋ, PR ਲੈ ਕੇ ਜਾ ਸਕਦੇ ਹੋ, ਟੂਰਿਸਟ ਵੀਜ਼ਾ ਲੈ ਕੇ ਜਾ ਸਕਦੇ ਹੋ। ਕੁਛ ਕੰਟਰੀਆਂ ਵਰਕ ਪਰਮਿਟ ਦਿੰਦੀਆਂ ਨੇ ਜਿਨ੍ਹਾਂ ਦੇ ਲਾਇਸੈਂਸ ਹੋਲਡਰ ਕੰਸਲਟੈਂਟ ਕੋਲ ਤੁਸੀਂ ਲੈ ਕੇ ਜਾ ਸਕਦੇ ਹੋ। ਉਸ ਤੋਂ ਇਲਾਵਾ ਜਿਹੜੇ ਆ ਜੁਗਾੜ ਵਾਲੇ ਰਾਹ ਹੋ ਗਏ, ਡੋਂਕੀਆਂ ਵਾਲਾ ਹੋ ਗਿਆ, ਵਿਆਹ ਵਾਲਾ ਹੋ ਗਿਆ, ਇਹ ਤੁਹਾਡੇ ਆਪ ਦੀਆਂ ਪੰਜਾਬੀਆਂ ਦੀ ਕਾਰਡਾਂ ਕੱਢੀਆਂ ਹੋਈਆਂ ਨੇ। ਇਹ ਕਿਸੇ ਏਜੰਟ ਦੀ ਕਾਰਡ ਨਹੀਂ ਸੀਗੀ ਕਿ ਵਿਆਹ ਕਰਾ ਕੇ ਭੇਜਣਾ। ਹੁਣ ਮੇਰੇ ਕੋਲ 2 ਸਾਲ ਪਹਿਲਾਂ ਇੱਕ ਕੇਸ ਹੋਇਆ ਸੀਗਾ, ਬ੍ਰਦਰ ਸਿਸਟਰ ਰੀਅਲ ਮੈਰਿਜ ਕਰਵਾ ਕੇ ਐਜ਼ ਅ ਸਪਾਊਸ ਚਲੇ ਗਏ ਸੀਗੇ। ਮੈਨੂੰ ਯਾਦ ਹੈ ਇੰਸਟਾਗ੍ਰਾਮ 'ਤੇ ਵੀ ਸਾਡੇ ਕਿਸੇ ਨੇ ਪਰਸੋਂ ਕਮੈਂਟ ਕੀਤਾ ਹੋਇਆ ਸੀ, ਸਵੀਡਨ ਦੀ ਐਡ ਪਾਈ ਹੋਈ ਸੀ ਵੀ ਸਪਾਊਸ ਨੂੰ ਨਾਲ ਲੈ ਕੇ ਜਾ ਸਕਦੇ ਹੋ। ਉਹਨੇ ਨੀਚੇ ਕਮੈਂਟ ਕੀਤਾ ਹੋਇਆ ਵੀ ਕੀ ਸਕੇ ਭੈਣ ਭਰਾ ਸਪਾਊਸ ਬਣ ਕੇ ਜਾ ਸਕਦੇ ਨੇ। ਹੁਣ ਸੋਚ ਦੇਖੋ ਕਿੱਥੇ ਪਹੁੰਚੀ ਪਈ ਆ। ਜਾਂ ਮੈਂ ਉਹਨੂੰ ਰਿਪਲਾਈ ਦੇਣਾ ਸੀ, ਮੈਂ ਦਿੱਤਾ ਨਹੀਂ ਹੈਗਾ, ਬਟ ਸੋਚ ਦੇਖੋ ਬਾਹਰ ਜਾਣ ਲਈ ਇੰਨੀ ਤੰਗ ਕਿੱਥੇ ਹੋ ਗਈ ਹੈ ਕਿ ਸਕੇ ਭੈਣ ਭਰਾ ਹੀ ਪੁੱਛ ਰਹੇ ਨੇ ਅਸੀਂ ਵਿਆਹ ਕਰਾ ਕੇ ਜਾ ਸਕਦੇ ਹਾਂ। ਮਤਲਬ ਇਹ ਇੱਕ ਤਰ੍ਹਾਂ ਦੀ ਇੱਕ ਡੈਸਪਰੇਸ਼ਨ ਹੈਗੀ ਹੈ ਨਾ, ਉਹ ਡੈਸਪਰੇਸ਼ਨ ਦੇ ਵਿੱਚ ਤੁਸੀਂ ਗਲਤ ਪਾਸੇ ਨੂੰ ਚਲੇ ਜਾਂਦੇ ਹੋ। ਉਹੀ ਡੈਸਪਰੇਸ਼ਨ, ਬਹੁਤ ਸਹੀ ਵਰਡ ਤੁਸੀਂ ਪੁੱਛਿਆ ਵਾ ਕਿ ਡੈਸਪਰੇਸ਼ਨ ਹੈਗੀ ਲੋਕਾਂ ਦੇ ਵਿੱਚ, ਜਿਨ੍ਹਾਂ ਦਾ ਸੁਪਨਾ ਜਾਂ ਇੱਕ ਤਾਂਘ ਨਹੀਂ ਪੂਰੀ ਹੋ ਰਹੀ ਹੈਗੀ। ਉਹ ਡੈਸਪਰੇਸ਼ਨ ਨੂੰ ਕੈਚ ਕਰਨ ਵਾਲੇ, ਪਕੜਨ ਵਾਲੇ ਏਜੰਟ ਬੈਠੇ ਨੇ ਜਿਨ੍ਹਾਂ ਨੂੰ ਪਤਾ। ਹੁਣ ਤੁਸੀਂ ਕੱਲ੍ਹ ਅਖਬਾਰ ਦੇ ਵਿੱਚ ਐਡ ਦੇ ਦਿਓ ਕਿ ਮੈਂ 6 ਬੈਂਡ ਵਾਲੇ ਬੱਚਿਆਂ ਨੂੰ ਬਾਹਰ ਭੇਜਣਾ ਵਾ, ਤੁਹਾਨੂੰ ਦਿਹਾੜੀ ਦੇ 5-10 ਫੋਨ ਆ ਜਾਣਗੇ। ਤੁਸੀਂ ਇੱਕ ਐਡ ਲਿਖ ਦਿਓ, ਮੇਰੇ ਕੋਲ 6.5 ਬੈਂਡ ਵਾਲੀ ਕੁੜੀ ਹੈਗੀ, ਤੁਹਾਨੂੰ ਦਿਹਾੜੀ ਦੇ ਵਿੱਚ 1000-1500 ਫੋਨ ਨਾ ਆ ਗਿਆ, ਮੇਰਾ ਨਾਮ ਬਦਲ ਦਿਓ। ਜਾਂ ਇਹ ਐਡ ਦੇ ਦਿਓ, ਮੈਂ ਗਾਰੰਟੀ ਨਾਲ ਸੈਟਿੰਗ ਕਰਾ ਕੇ ਵਾਇਆ ਮੈਕਸੀਕੋ USA ਵਾੜ ਦੂੰ, ਜਾਂ ਮੈਂ ਵਾਇਆ ਯੂਕਰੇਨ ਹੋ ਗਿਆ, ਬੋਸਨੀ ਹੋ ਗਿਆ, ਤੁਹਾਨੂੰ ਸ਼ੈਨਗਨ 'ਚ ਵਾੜ ਦੂੰ। ਸੋ ਲੋਕਾਂ ਦਾ ਧਿਆਨ ਪੁੱਠੇ ਪਾਸੇ, ਸ਼ਾਰਟਕਟ ਵਾਲੇ ਪਾਸੇ ਜ਼ਿਆਦਾ ਰਹਿੰਦਾ ਵਾ। ਉਹ ਵੀ ਸਿਰਫ ਉਹਨਾਂ ਲੋਕਾਂ ਦਾ ਜਿਹੜੇ ਡੈਸਪਰੇਸ਼ਨ ਵਾਲੀ ਕੈਟਾਗਰੀ 'ਚ ਬੈਠੇ ਨੇ, ਜਿਨ੍ਹਾਂ ਨੂੰ ਕੋਈ ਰਾਹ ਨਹੀਂ ਮਿਲ ਰਿਹਾ ਹੈ। ਅੱਛਾ, ਯੂਰੋਕੈਨ ਗਲੋਬਲ ਦੀ ਜਿਹੜੀ ਵੀ ਇਹ ਮੈਂਟੈਲਿਟੀ ਤੁਸੀਂ ਸ਼ੋਅ ਕੀਤੀ ਹੈ, ਜਿਸ ਤਰੀਕੇ ਨਾਲ ਤੁਹਾਡਾ ਵਰਕ ਕਲਚਰ ਹੈਗਾ, ਤੁਹਾਡੇ ਐਥਿਕਸ ਹੈਗੇ ਨੇ ਕੰਮ ਕਰਨ ਦੇ, ਅਗਰ ਮੈਂ ਉਸ ਦੇ ਵਿੱਚ ਇੱਕ ਤੁਹਾਡੇ ਤੋਂ ਕੁਐਸਚਨ ਕਰਾਂ ਕਿ ਕੀ ਤੁਹਾਨੂੰ ਕਦੀ ਇੱਦਾਂ ਨਹੀਂ ਲੱਗਦਾ ਕਿ ਸਾਡੇ ਕੋਲ ਕੇਸਿਸ ਬੜੇ ਘੱਟ ਜਾਣਗੇ ਕਿਉਂਕਿ ਜਿਹੜੇ ਪਿਓਰਿਟੀ ਵਾਲੇ ਹੋਣਗੇ ਸਿਰਫ ਉਹੀ ਆਉਣਗੇ ਅਤੇ ਕਾਊਂਟਿੰਗ ਘੱਟ ਜੇਗੀ ਕਲਾਇੰਟਸ ਦੀ? ਉਹਦਾ ਫ਼ਰਕ ਜ਼ਰੂਰ ਪੈਂਦਾ ਵਾ। ਜਿਵੇਂ ਪਿਛਲੇ ਕੁਝ ਸਾਲਾਂ 'ਚ ਹਰ ਸਾਲ ਕਹਿੰਦੇ ਨਾ, ਹਰ ਦਿਨ ਨਵੀਂ ਇੱਕ ਵਧੀਆ ਇੰਪਰੂਵਮੈਂਟ ਲੈ ਕੇ ਆਉਂਦਾ। ਜੇ ਮੈਂ ਕਹਾਂ ਅੱਜ ਦਾ ਦਿਨ ਕੱਲ੍ਹ ਨਾਲੋਂ ਕੁਛ ਨਾ ਕੁਛ ਅਸੀਂ ਅੱਛਾ ਕਰਨ ਦੀ ਸੋਚਦੇ ਹਾਂ। ਕਈ ਵਾਰ ਪਤਾ ਚੱਲਦਾ ਫਲਾਣੀ ਕੰਟਰੀ ਰਿਜੈਕਸ਼ਨਾਂ ਦੇ ਰਹੀ ਆ, ਨਵੇਂ ਸਟੂਡੈਂਟਾਂ ਦੀ ਸਾਰਿਆਂ ਦੀ ਫਾਈਲ ਬੰਦ ਕਰ ਦਿੰਦੇ। ਸੋ ਸਮੇਂ ਦੇ ਹਿਸਾਬ ਨਾਲ ਤੁਹਾਡਾ ਇੱਕ ਪ੍ਰੈਕਟਿਸ ਹੋ ਗਿਆ ਜਾਂ ਸਿਸਟਮ ਹੋ ਗਿਆ, ਉਹ ਡਿਵੈਲਪ ਹੋ ਜਾਂਦਾ ਵਾ। ਤੁਸੀਂ ਦੇਖਦੇ ਹੋ ਕਿ ਯਾਰ ਮੈਂ ਜੇ 10 ਬੱਚਿਆਂ ਤੋਂ 10-10 ਹਜ਼ਾਰ ਕਮਾਉਣ ਦੀ ਬਜਾਏ ਮੈਂ ਇੱਕ ਬੱਚੇ ਦਾ ਵੀਜ਼ਾ ਲਾ ਕੇ ਮੈਂ ਲੱਖ ਰੁਪਏ ਕਮਾ ਲਾਂ। ਸਾਨੂੰ ਲੋਕੀ ਕਈ ਕਹਿੰਦੇ ਨੇ ਕਮੈਂਟ ਕਰਕੇ ਜਾਂ ਕਾਲ ਕਰਕੇ ਕਿ ਤੁਸੀਂ ਫਰਾਡ ਕਰਦੇ ਹੋ, ਤੁਸੀਂ ਕੰਸਲਟੈਂਸੀ ਬੜੀ ਮੰਗਦੇ ਹੋ, ਤੁਸੀਂ ਪੈਸੇ ਜ਼ਿਆਦਾ ਮੰਗਦੇ ਹੋ, ਤੁਸੀਂ ਫੀਸ ਜ਼ਿਆਦਾ ਚਾਰਜ ਕਰਦੇ ਹੋ, ਇਹ ਲੱਖ ਰੁਪਏ ਕਮਿਸ਼ਨ ਖਾ ਜਾਂਦੇ ਹੋ। ਬਹੁਤ ਸਾਰੀ ਚੀਜ਼ਾਂ ਬੋਲੀਆਂ ਜਾਂਦੀਆਂ ਨੇ। ਪਰ ਤੁਸੀਂ ਵੀ ਬਾਹਰ ਜਾ ਰਹੇ ਹੋ ਕਾਹਦੇ ਵਾਸਤੇ? ਰੋਜ਼ਗਾਰ ਵਾਸਤੇ, ਕੰਮ ਵਾਸਤੇ ਜਾ ਰਹੇ ਹੋ। ਹੁਣ ਤੁਹਾਨੂੰ ਕੋਈ ਉੱਥੇ ਕਹੇ $3000 ਦਾ ਤੈਨੂੰ $500 ਦਊਂਗਾ, ਤੁਸੀਂ ਕੰਮ ਨਹੀਂ ਕਰੋਗੇ, ਤੁਸੀਂ $3000 ਤੇ ਕੰਮ ਕਰੋਗੇ। ਸੋ ਅਸੀਂ ਵੀ ਫॉर ਪ੍ਰੋਫਿਟ ਕੰਮ ਕਰ ਰਹੇ ਹਾਂ, ਬਿਜ਼ਨਸ ਚਲਾ ਰਹੇ ਹਾਂ, ਪੈਸੇ ਵਾਸਤੇ ਚਲਾ ਰਹੇ ਹਾਂ। ਇੱਕ ਸਮਝ ਕੇ ਚੱਲੋ ਕੰਸਲਟੈਂਸੀ ਦਾ ਪ੍ਰੋਫੈਸ਼ਨ ਵੀ ਵਕੀਲ ਦੀ ਤਰ੍ਹਾਂ ਵਾ। ਉਹਨੂੰ ਪਤਾ ਕੇਸ ਜਿੱਤਾਂ ਨਾ ਜਿੱਤਾਂ, ਰਿਜ਼ਲਟ ਜੱਜ ਦੇ ਹੱਥ 'ਚ ਆ, ਮੈਂ ਆਪਣਾ ਕੰਮ 100% ਕਰਨਾ। ਡਾਕਟਰ ਦੀ ਤਰ੍ਹਾਂ ਵਾ, ਉਹਨੂੰ ਪਤਾ ਪੇਸ਼ੈਂਟ ਨੂੰ ਮੈਂ ਰਿਜ਼ਲਟ ਦੇ ਪਾਵਾਂ ਨਾ ਪਾਵਾਂ, ਪਰ ਮੈਂ ਆਪਣਾ ਕੰਮ 100% ਕਰਨਾ। ਉਸੇ ਤਰ੍ਹਾਂ ਜਿੱਦਾਂ ਉਹਨਾਂ ਨੇ ਆਪਣਾ ਇੱਕ ਕੋਡ ਆਫ ਕੰਡਕਟ, ਇੱਕ ਐਥੀਕਲ ਪ੍ਰੈਕਟਿਸ ਬਣਾਈ ਹੁੰਦੀ ਹੈ। ਹੁਣ ਡਾਕਟਰ ਹੁੰਦਾ ਵਾ, ਉਹਨੂੰ ਪਤਾ ਹੁੰਦਾ ਜੇ ਮੈਂ ਨਹੀਂ ਵੀ ਬਚਾ ਪਾ ਰਿਹਾ ਤਾਂ ਵੀ ਉਹ ਕੋਸ਼ਿਸ਼ ਕਰੂਗਾ। ਵਕੀਲ ਹੁੰਦਾ, ਪਤਾ ਮੇਰੇ ਬੰਦੇ ਨੂੰ ਫਾਂਸੀ ਹੋਣੀ ਆ, ਤਾਂ ਵੀ ਪੂਰੀ ਕੋਸ਼ਿਸ਼ ਕਰੂਗਾ ਕਿ ਇਹਨੂੰ ਫਾਂਸੀ ਤੋਂ ਬਚਾ ਲਵਾਂ। ਸੇਮ ਵੇ ਕੰਸਲਟੈਂਟਸ ਨੇ ਜਿਹੜੇ ਅੱਛੇ ਹੈਗੇ ਨੇ, ਉਹਨਾਂ ਨੇ ਆਪਣਾ ਇੱਕ ਬਣਾਇਆ ਹੁੰਦਾ। ਹੁਣ ਤੁਸੀਂ ਕਿਸੇ ਵਧੀਆ ਕੰਪਨੀ ਦਫ਼ਤਰ ਜਾ ਕੇ ਪੈਸੇ ਰੱਖ ਦਿਓ ਵੀ ਆ ਮੇਰੀ ਨਹੀਂ, ਕਿਸੇ ਹੋਰ ਵਧੀਆ ਕੰਪਨੀ ਜਾ ਕੇ ਪੈਸੇ ਰੱਖ ਦਿਓ ਵੀ ਮੈਨੂੰ ਵਰਕ ਪਰਮਿਟ ਲਵਾ ਦਿਓ, ਮੈਨੂੰ ਵਿਆਹ ਕਰਾ ਕੇ ਭੇਜ ਦਿਓ, ਉਹਨਾਂ ਨੇ ਤੁਹਾਨੂੰ ਗੇਟ ਤੋਂ ਹੀ ਵਾਪਸ ਮੋੜ ਦੇਣਾ ਵਾ। ਇਹੀ ਤੁਸੀਂ ਜਾਲੀ ਕਿਸੇ ਕੰਪਨੀ ਜਾ ਕੇ
500 ਰੁਪਏ ਵੀ ਬਾਹਰ ਕੱਢ ਕੇ ਦਿਖਾਓਗੇ, ਉਹਨਾਂ ਨੇ ਤੁਹਾਨੂੰ ਅੰਦਰ ਬਿਠਾ ਕੇ ਮੇਨ ਬੰਦੇ ਮੂਹਰੇ ਬਿਠਾ ਦੇਣਾ, ਆਹ ਦੇਖੋ ਜੀ ਆਹ ਤੁਹਾਡਾ ਕੰਮ ਕਰਾ ਕੇ ਦੇਣਗੇ। ਸੋ ਉਹ ਫਰਕ ਤੁਸੀਂ ਥੋੜ੍ਹਾ ਜਿਹਾ ਜਿਹੜਾ ਹੈਗਾ ਆਪ ਦੇਖ ਕੇ ਚੱਲਣਾ ਵਾ ਜੀ। ਅੱਛਾ, ਹੁਣ ਇੱਥੇ ਗੱਲ ਕਰਦੇ ਹਾਂ ਕਿ ਜਿਹੜੀ ਕੰਟਰੀਜ਼ ਦੀ ਤੁਸੀਂ ਗੱਲ ਕੀਤੀ ਹੈ ਕਿ ਵਿਦਆਊਟ ਆਈਲੈਟਸ ਵੀ ਹੈਗੀ ਆ ਆਪਸ਼ਨ ਸਟੱਡੀ ਵੀਜ਼ਾ ਦੀ, ਅਤੇ ਇਸ ਤੋਂ ਇਲਾਵਾ ਤੁਸੀਂ ਆਫਰ ਇਹ ਰੱਖੀ ਹੋਈ ਹੈ ਆਪਣੇ ਸਟੂਡੈਂਟਸ ਲਈ, ਕਲਾਇੰਟਸ ਲਈ, ਕਿ ਤੁਸੀਂ ਕੁਝ ਵੀ ਸਟਾਰਟਿੰਗ ਦੇ ਵਿੱਚ ਪੇ ਨਹੀਂ ਕਰਨਾ, ਜਦੋਂ ਵੀਜ਼ਾ ਆ ਜਾਏਗਾ ਤੁਸੀਂ ਉਦੋਂ ਪੈਸੇ ਪੇ ਕਰਨੇ ਨੇ। ਸੋ ਇਹ ਕਿਹੜੀ ਕੰਟਰੀਜ਼ ਲਈ ਕਿਹੜੀ ਆਫਰ ਹੈਗੀ ਹੈ ਐਗਜ਼ੈਕਟਲੀ, ਅਗਰ ਗੱਲ ਕਰੀਏ? ਸੋ ਵਿਦਆਊਟ ਆਈਲੈਟਸ ਕਿਹੜੀਆਂ ਨੇ ਅਤੇ ਕਿੱਥੇ ਤੁਸੀਂ ਬਿਨਾਂ ਪੈਸਾ ਇਨਵੈਸਟ ਕੀਤੇ ਆਪਣਾ ਅਪਲਾਈ ਕਰ ਸਕਦੇ ਹੋ? ਦੇਖੋ ਜੀ, UK ਕੈਨੇਡਾ ਮੈਂ ਸ਼ੇਅਰ ਕਰਤਾ, ਉਸ ਤੋਂ ਇਲਾਵਾ ਜਿਨ੍ਹਾਂ 'ਚ ਸਾਡੀ ਮੁਹਾਰਤ ਹੈਗੀ ਆ ਯੂਰਪ ਦੇ ਵਿੱਚ, ਇਟਲੀ ਹੋ ਗਿਆ, ਸਪੇਨ, ਪੋਰਚੁਗਲ, ਲਾਤਵੀਆ, ਲਿਥੁਏਨੀਆ, ਮਾਲਟਾ, ਹੰਗਰੀ, ਚੈਕ, ਜਿੱਥੇ ਸਟੂਡੈਂਟ 2-4 ਲੱਖ ਦੇ ਬਜਟ ਤੋਂ ਸਟਾਰਟ ਹੋ ਕੇ 5-6 ਲੱਖ ਦੇ ਬਜਟ ਤੱਕ ਜਾਂਦੇ ਨੇ। ਸਪਾਊਸ ਨੂੰ ਲੈ ਕੇ ਜਿਹੜੇ ਐਪਲੀਕੈਂਟ ਜਾਣਾ ਚਾਹੁੰਦੇ ਨੇ, ਸਵੀਡਨ ਹੋ ਗਿਆ, ਡੈਨਮਾਰਕ ਹੋ ਗਿਆ, ਫਿਨਲੈਂਡ ਹੋ ਗਿਆ, ਨਾਰਵੇ ਹੋ ਗਿਆ, ਸਵਿਟਜ਼ਰਲੈਂਡ ਹੋ ਗਿਆ, ਆਸਟਰੀਆ ਹੋ ਗਿਆ। ਘੱਟ ਬਜਟ ਦੇ ਵਿੱਚ ਅੱਜ ਕੱਲ੍ਹ ਯੂਕਰੇਨ ਦੀ ਬਹੁਤ ਐਡ ਚੱਲ ਰਹੀ ਆ, ਰਸ਼ੀਆ ਹੋ ਗਿਆ, ਬੋਸਨੀਆ ਹੋ ਗਿਆ, ਜਿੱਥੇ 1.5-2 ਲੱਖ ਦੇ ਬਜਟ ਤੋਂ ਤੁਸੀਂ ਸਟਾਰਟ ਹੋ ਕੇ ਜਾ ਸਕਦੇ ਹੋ। ਸੋ ਯੂਰੋਕੈਨ ਗਲੋਬਲ ਦੇ ਵਿੱਚ ਅਸੀਂ 30 ਤੋਂ ਉੱਪਰ ਕੰਟਰੀਜ਼ ਦੇ ਵਿੱਚ ਡੀਲ ਕਰਦੇ ਹਾਂ। 1-1.25 ਲੱਖ ਦੇ ਬਜਟ ਤੋਂ ਸਟਾਰਟ ਹੋ ਕੇ ਕੰਟਰੀਜ਼ ਮਿਲ ਜਾਂਦੀਆਂ ਨੇ। ਸੋ ਬਾਹਰ ਜਾਣਾ ਚਾਹੁੰਦੇ ਹੋ, ਪੜ੍ਹਨ ਲਈ ਜਾਣਾ ਚਾਹੁੰਦੇ ਹੋ, ਇੱਕ ਆਇਲਸ ਕਰਕੇ ਨਹੀਂ ਜਾ ਪਾ ਰਹੇ, ਗੈਪ ਜ਼ਿਆਦਾ, ਅਪ ਟੂ ਮੇਰੇ ਕੋਲ ਕੰਟਰੀਜ਼ ਹੈਗੀਆਂ ਜਿਹੜੀਆਂ 15-15 ਸਾਲ ਦਾ ਗੈਪ ਲੈ ਲੈਂਦੀਆਂ ਨੇ। ਸੋ ਤੁਹਾਨੂੰ ਪਤਾ ਹੈਗਾ ਤੁਸੀਂ ਕੀ ਕਰਨਾ ਚਾਹੁੰਦੇ ਹੋ, ਤੁਹਾਡਾ ਬਜਟ ਕਿੰਨਾ ਹੈਗਾ। ਸਾਡੇ ਕੋਲ ਤੁਹਾਡੇ ਵਾਸਤੇ ਹਰ ਤਰ੍ਹਾਂ ਦੇ ਲੀਗਲ ਆਪਸ਼ਨਸ ਅਵੇਲੇਬਲ ਹੈਗੇ ਨੇ। ਹੁਣ ਜਿਵੇਂ ਸਾਡੇ ਕੋਲ ਯੂਰਪ ਅਤੇ US ਵਾਸਤੇ ਬੜੀ ਇਨਕੁਆਇਰੀਜ਼ ਆਉਂਦੀਆਂ ਸੀ ਵੀ ਐਂਟਰੀ ਕਰਾ ਕੇ ਸਾਨੂੰ ਵਾੜ ਦਿਓ ਜਾਂ ਇਲੀਗਲ ਕਿਤੇ ਭੇਜ ਦਿਓ, ਮੈਕਸੀਕੋ ਦਾ ਟੂਰਿਸਟ ਵੀਜ਼ਾ ਕਰਾਤਾ। ਸੋ ਅਸੀਂ ਜਿਵੇਂ ਉਹ ਡੈਸਪਰੇਸ਼ਨ ਵਾਲੀ ਕੈਟੇਗਰੀ ਵਾਲੀ ਇੱਕ ਡਿਮਾਂਡ ਦੇਖੀ ਕਿ ਡੈਸਪਰੇਸ਼ਨ ਬਹੁਤ ਆ ਉੱਥੇ ਜਾਣ ਦੀ। ਫਿਰ ਅਸੀਂ ਇੱਕ ਸੋਚਿਆ ਕਿ ਕਿਉਂ ਨਾ ਮੈਕਸੀਕੋ ਦੇ ਵਿੱਚ ਕਾਲਜਸ ਨਾਲ ਟਾਈ ਅਪ ਕਰਕੇ ਸਟੂਡੈਂਟਸ ਨੂੰ ਡਾਇਰੈਕਟ ਲੀਗਲ ਤਰੀਕੇ ਨਾਲ ਉੱਥੇ ਸਟੱਡੀ ਵਿੱਚ ਭੇਜਿਆ ਜਾਵੇ। ਸੋ ਮੈਕਸੀਕੋ ਦਾ ਸਟਾਰਟ ਕੀਤਾ, ਬਹੁਤ ਵਧੀਆ ਰਿਸਪੌਂਸ ਆ ਰਿਹਾ ਵਾ। 3.5-4 ਲੱਖ ਦੇ ਬਜਟ ਤੋਂ ਸਟਾਰਟ ਹੋ ਕੇ 5-6 ਲੱਖ ਦੇ ਬਜਟ ਦੇ ਵਿੱਚ ਤੁਸੀਂ ਮੈਕਸੀਕੋ ਪੜ੍ਹਨ ਲਈ ਜਾ ਸਕਦੇ ਹੋ। 6 ਮਹੀਨੇ ਸਾਲ ਪੜ੍ਹ ਕੇ ਆਪਣਾ US ਟ੍ਰਾਂਸਫਰ ਲੈ ਸਕਦੇ ਹੋ। ਸੋ ਕਿਤੇ ਡੋਂਕੀ ਵਾਸਤੇ ਤੁਸੀਂ 20-25 ਲੱਖ ਰੁਪਏ ਖਰਚ ਕੇ ਜਾਂਦੇ ਸੀ, ਉਹ ਵੀ ਕਿੰਨੇ ਮਹੀਨਿਆਂ ਬਾਅਦ ਪਹੁੰਚਦੇ ਸੀਗੇ। ਇੱਥੇ ਤੁਸੀਂ ਇੰਡੀਆ ਤੋਂ ਲੀਗਲ ਤਰੀਕੇ ਦੇ ਨਾਲ ਸਟੂਡੈਂਟ ਵੀਜ਼ਾ ਲੈ ਕੇ 5-6 ਲੱਖ ਦੇ ਬਜਟ ਦੇ ਵਿੱਚ ਜਾ ਸਕਦੇ ਹੋ। ਅਤੇ ਅਗਲੀ ਫੀਸ ਵੀ ਜੇ ਤੁਸੀਂ US ਦੀ ਜਾ ਕੇ ਉੱਥੋਂ ਪੇ ਕਰੋਗੇ, 4 ਲੱਖ 5 ਲੱਖ ਰੁਪਇਆ ਪੇ ਕਰੋਗੇ, ਤਾਂ ਵੀ ਤੁਹਾਡਾ ਬਜਟ 1/3 ਰਹਿ ਜਾਂਦਾ ਵਾ। ਸੋ ਲੀਗਲ ਕੰਟਰੀਜ਼ ਦੇ ਜੋ ਲੀਗਲ ਆਪਸ਼ਨਸ ਹੈਗੇ ਨੇ, ਉਹ ਕੋਸ਼ਿਸ਼ ਕਰਦੇ ਹਾਂ ਸਮਝਦਾਰ ਸਟੂਡੈਂਟ ਵਾਸਤੇ ਓਪਨ ਰੱਖੀਏ। ਅੱਛਾ, ਜਿਵੇਂ ਤੁਸੀਂ ਮੈਕਸੀਕੋ ਦੀ ਗੱਲ ਕੀਤੀ ਹੈ, ਮੈਕਸੀਕੋ ਦਾ ਜਿੰਨਾ ਤੁਸੀਂ ਈਜ਼ੀ ਪ੍ਰੋਸੈਸ ਦੱਸਿਆ ਕਿ ਉੱਥੇ ਤੁਸੀਂ ਵੀਜ਼ਾ ਲੈ ਕੇ ਜਾ ਸਕਦੇ ਹੋ, ਫਿਲਹਾਲ ਘੱਟ ਬਜਟ ਦੇ ਵਿੱਚ ਤੁਸੀਂ ਮੈਕਸੀਕੋ ਪਹੁੰਚ ਕੇ ਦੈਨ ਉਸ ਤੋਂ ਬਾਅਦ ਤੁਸੀਂ US ਦੇ ਵਿੱਚ ਵੀ ਐਂਟਰ ਕਰ ਸਕਦੇ ਹੋ। ਸੁਣਨ ਦੇ ਵਿੱਚ ਬਹੁਤ ਈਜ਼ੀ ਲੱਗਦਾ, ਬਟ ਇਹ ਕਿੰਨਾ ਕੁ ਈਜ਼ੀ ਹੁੰਦਾ ਅੱਗੇ ਇਨ ਪ੍ਰੋਸੈਸ ਜਦੋਂ ਲੋਕੀ ਕਰਦੇ ਨੇ? ਜਾਂ ਫਿਰ ਜਿਵੇਂ ਹੁਣ ਤੁਹਾਡੇ ਕੋਲੋਂ ਵੀਜ਼ਾ ਲੈ ਕੇ ਕੋਈ ਚਲਾ ਗਿਆ, ਸਾਲ ਦਾ ਜਾਂ 2 ਸਾਲ ਦਾ ਪ੍ਰੋਗਰਾਮ ਉਹਨੇ ਲੈ ਲਿਆ, ਅਤੇ ਦੈਨ ਉਸ ਤੋਂ ਬਾਅਦ 2 ਸਾਲ ਬਾਅਦ ਉਸਨੂੰ ਤੁਹਾਡੇ ਵੱਲੋਂ ਕੋਈ ਸਪੋਰਟ ਰਹਿੰਦੀ ਹੈ? ਇਹ 2 ਸਵਾਲ ਨੇ ਇਕੱਠੇ। ਦੇਖੋ ਜੀ, ਮੈਕਸੀਕੋ US ਦਾ ਗੇਟਵੇ ਮੰਨਿਆ ਜਾਂਦਾ, ਇੱਦਾਂ ਹੀ ਯੂਕਰੇਨ, ਬੋਸਨੀਆ, ਰਸ਼ੀਆ ਹੋ ਗਏ, ਯੂਰਪ ਸ਼ੈਨਗਨ ਦਾ ਗੇਟਵੇ ਮੰਨੀਆਂ ਜਾਂਦੀਆਂ ਨੇ। ਅਤੇ ਯੂਰਪ ਬਹੁਤ ਸਟੂਡੈਂਟ ਜਾਂਦੇ ਨੇ ਇਹਨਾਂ ਕੰਟਰੀਆਂ 'ਚ 6 ਮਹੀਨੇ ਸਾਲ ਬਾਅਦ ਸ਼ੈਨਗਨ ਮੂਵ ਹੋਣ ਲਈ। ਸੋ ਉਹਨਾਂ ਵਾਸਤੇ ਅਸੀਂ ਅਗਲੀ ਐਡਮਿਸ਼ਨ ਜਿਹੜੀ ਉਹਨਾਂ ਦੀ ਕਰਾਣੀ, ਉਹਨਾਂ ਨੂੰ ਵਾਪਸ ਆਉਣ ਦੀ ਲੋੜ ਨਹੀਂ, ਉੱਥੋਂ ਹੀ ਉਹਨਾਂ ਦਾ ਅੱਗੇ ਦਾ ਵੀਜ਼ਾ ਪ੍ਰੋਸੈਸ ਕਰਨਾ, ਉਹਦੇ ਵਿੱਚ ਅਸੀਂ ਹੈਲਪ ਕਰਦੇ ਹਾਂ। ਸੇਮ ਵੇ US ਵਾਸਤੇ ਪਤਾ ਇੰਟਰਵਿਊ ਆਉਂਦਾ ਵਾ, 20-25 ਲੱਖ ਰੁਪਇਆ ਫੰਡ ਸ਼ੋਅ ਕਰਨਾ ਨਹੀਂ ਕਰ ਸਕਦੇ, ਉਰੋਂ 6 ਮਹੀਨੇ ਸਾਲ ਵਾਸਤੇ ਮੈਕਸੀਕੋ ਪੜ੍ਹਨ ਲਈ ਜਾਓ। 4 ਤੋਂ 6 ਲੱਖ ਦਾ ਬਜਟ ਆ, +2 'ਚ 50-55% ਨੰਬਰ ਹੈਗੇ। ਇੰਟਰਵਿਊ ਆਉਂਦਾ ਅੰਬੈਸੀ ਦਾ, ਸੋ ਇੰਗਲਿਸ਼ ਬੋਲ ਲੈਂਦੇ ਹੋ ਸਿਰਫ, ਤਾਂ ਹੀ ਜਾ ਸਕਦੇ ਹੋ। ਸੋ ਅਗਲੀ ਐਡਮਿਸ਼ਨ ਅਸੀਂ ਸਟੂਡੈਂਟ ਨੂੰ ਪ੍ਰੋਵਾਈਡ ਕਰ ਦਿੰਦੇ ਹਾਂ। ਹੁਣ ਉੱਥੇ ਫੈਕਟਰ ਕੀ ਰਹਿੰਦਾ ਵਾ, ਇੰਡੀਆ ਅੰਬੈਸੀ ਦੇ ਵਿੱਚ US ਦੇ ਵਿੱਚ ਦਿਹਾੜੀ ਦਾ ਹਜ਼ਾਰਾਂ ਦੀ ਗਿਣਤੀ 'ਚ ਬੰਦਾ ਜਾਂਦਾ। ਮੈਕਸੀਕੋ ਤੋਂ US ਸਟੂਡੈਂਟ ਵੀਜ਼ਾ ਅਪਲਾਈ ਕਰਨ ਵਾਲਾ ਐਪਲੀਕੈਂਟ ਜਿਹੜਾ ਹੈਗਾ ਬਹੁਤ ਜ਼ਿਆਦਾ ਘੱਟ ਹੁੰਦਾ ਵਾ। ਸੋ ਉੱਥੋਂ ਜਿਹੜੇ ਵੀਜ਼ਾ ਚਾਂਸਸ ਹੁੰਦੇ ਨੇ ਸੌਖੇ ਹੁੰਦੇ ਨੇ। ਉਰੋਂ ਮੰਨ ਲਓ ਮੈਕਸੀਕੋ ਦੀ ਅੰਬੈਸੀ ਆ, ਜਾਂ ਲੈਟਿਨ ਅਮਰੀਕਾ ਦੀ ਜਿਹੜੀ ਨੇੜੇ ਦੀ ਕੰਟਰੀਆਂ ਹੋ ਗਈਆਂ, ਜਾਂ ਆਪਣਾ ਯੂਰਪ ਦੀਆਂ ਨੇੜੇ ਦੀ ਕੰਟਰੀਆਂ ਹੋ ਗਈਆਂ, ਇਟਲੀ, ਸਪੇਨ, ਪੁਰਤਗਾਲ ਹੋ ਗਏ, ਇਹਨਾਂ ਸਾਰੀ ਕੰਟਰੀਆਂ ਨੂੰ ਇੰਡੀਆ ਦੀ ਅੰਬੈਸੀਆਂ ਨੂੰ ਪਤਾ ਵਾ ਕਿ ਪੰਜਾਬ ਦੇ ਸਟੂਡੈਂਟ ਕਿੱਦਾਂ ਦੇ ਨੇ, ਗੁਜਰਾਤ ਦੇ ਸਟੂਡੈਂਟ ਕਿੱਦਾਂ ਦੇ ਨੇ, ਕੇਰਲ ਵਾਲੇ ਸਟੂਡੈਂਟ ਬਹੁਤ ਵਧੀਆ ਹੁੰਦੇ ਨੇ, ਜਾ ਕੇ ਪੜ੍ਹਦੇ ਨੇ, ਫਲਾਣੀ ਸਟੇਟ ਦੇ ਸਟੂਡੈਂਟ ਹੁੰਦੇ ਨੇ, ਈਵਨ ਬਿਹਾਰ ਦੇ ਸਟੂਡੈਂਟ ਬਹੁਤ ਵਧੀਆ ਹੁੰਦੇ ਨੇ, ਜਾ ਕੇ ਪੜ੍ਹਦੇ ਨੇ। ਪੰਜਾਬ ਵਾਲਿਆਂ ਨੇ ਜਾ ਕੇ ਉੱਥੇ 2 ਨੰਬਰ ਦੇ ਵਿੱਚ ਹੋ ਜਾਣਾ, ਇਹਨਾਂ ਨੇ ਪੇਪਰ ਅਪਲਾਈ ਕਰ ਦੇਣੇ ਜਾਂ ਵਿਆਹ ਕਰਾ ਲੈਣਾ, 2 ਕੰਮ ਕਰਨੇ। ਸੋ ਉਸੇ ਕਰਕੇ ਅੰਬੈਸੀਆਂ ਉਰੋਂ ਸਟ੍ਰਿਕਟ ਹੁੰਦੀਆਂ ਨੇ। ਉੱਥੇ ਜਾ ਕੇ ਇੰਨੀ ਜ਼ਿਆਦਾ ਡਿਫਰੈਂਸੀਏਸ਼ਨ ਨਹੀਂ ਰਹਿੰਦੀ ਹੈਗੀ ਔਨ ਬਿਹਾਫ ਆਫ ਸਟੇਟ। ਸੋ ਉੱਥੋਂ ਥੋੜ੍ਹਾ ਜਿਹਾ ਵੀਜ਼ਾ ਲੈਣਾ ਕੰਪੈਰੇਟਿਵਲੀ ਕਾਫੀ ਜ਼ਿਆਦਾ ਇੰਡੀਆ ਦੇ ਕੰਪੈਰੇਟਿਵਲੀ ਬਹੁਤ ਸੌਖਾ ਰਹਿੰਦਾ ਵਾ। ਯਾਨੀ ਕਿ ਥੋੜ੍ਹਾ ਬਹੁਤਾ ਤੁਹਾਡਾ ਜਿਹੜਾ ਪਿਛਲਾ ਤੁਸੀਂ
ਕੋਰਸ ਕੀਤਾ ਉਸ ਦੀ ਵੀ ਆਈ ਥਿੰਕ ਤੁਹਾਡੀ ਰਿਪੋਰਟ ਲੱਗਦੀ ਹੋਏਗੀ ਕਿ ਹਾਂ ਕਿੰਨੇ ਮਾਰਕਸ ਆਏ ਨੇ ਤੇ ਤੁਹਾਡਾ ਬਿਹੇਵੀਅਰ ਕੀ ਸੀਗਾ, ਉਹ ਵੀ ਕੁਝ ਐਡ ਆਨ? ਇਹੀ ਕੈਡ ਆਨ ਹੋ ਗਿਆ ਨਾ, ਤੁਹਾਡੀ ਜਦੋਂ ਉਰੋ ਇੰਡੀਆ ਤੋਂ ਅਪਲਾਈ ਕਰ ਰਹੇ ਹੋ ਨਾ ਤੁਹਾਡੇ ਕੋਲ ਬਾਹਰ ਦੀ ਪੜ੍ਹਾਈ ਦਾ ਕੋਈ ਰਿਕਾਰਡ ਹੈਗਾ ਵਾ। ਦੂਜੇ ਨੰਬਰ ਤੇ ਅੰਬੈਸੀ ਨੂੰ ਪਤਾ ਤੁਸੀਂ ਕਿਹੜੀ ਸਟੇਟ ਤੇ ਹੋ, ਤੁਹਾਡੇ ਕੀ ਨੰਬਰ ਨੇ, ਕੀ ਤੁਹਾਡਾ ਪ੍ਰੋਸਪੌਂਡ ਮੈਕਸੀਕੋ। ਜੇ ਅੰਬੈਸੀ ਬੱਚਾ ਇੰਟਰਵਿਊ ਅਪਲਾਈ ਕਰਨ ਜਾਊਗਾ, ਪੁੱਛੂਗਾ ਵੀ ਤੂੰ ਮੈਕਸੀਕੋ ਹੀ ਕਿਉਂ ਚੁਣਿਆ ਜਾਂ ਤੂੰ ਫਲਾਣੀ ਕੰਟਰੀ ਕਿਉਂ ਚੁਣੀ। ਉੱਥੇ ਜਦੋਂ ਤੁਸੀਂ ਆਲਰੇਡੀ ਪੜ੍ਹ ਕੇ ਆਪਣਾ ਟਰੈਕ ਰਿਕਾਰਡ ਪੂਰਾ ਕਰ ਚੁੱਕੇ ਹੋ, ਦੇਖਦੇ ਆ ਵੀ ਇਹਨੇ ਸਾਲ ਦੀ ਪੜ੍ਹਾਈ ਆਲਰੇਡੀ ਕੀਤੀ ਹੈ, ਦੈਟ ਮੀਨਸ ਜੈਨੂਇਨ ਸਟੂਡੈਂਟ ਹੈਗਾ, ਨਹੀਂ ਤਾਂ ਆ ਕੇ ਉਰੇ ਪੜ੍ਹਦਾ ਹੀ ਨਾ। ਦੂਜੇ ਨੰਬਰ ਤੇ ਉਹ ਅੰਬੈਸੀ ਬਾਇਸਡ ਜਾਂ ਪੱਖਪਾਤੀ ਨਹੀਂ ਹੁੰਦੀ, ਜੋ ਕਿ ਇੰਡੀਆ ਦੇ ਵਿੱਚ ਕੁਛ ਅੰਬੈਸੀਜ਼ ਦੇ ਵਿੱਚ, ਔਰ ਮੈਂ ਮੰਨਦਾ ਵਾਂ ਵੀ ਇਹ ਚੀਜ਼ ਹੈਗੀ ਆ। ਹੁਣ ਪੁਰਤਗਾਲ ਜਿਹੜੇ ਬੱਚੇ ਪੰਜਾਬ ਦੇ ਇੰਟਰਵਿਊ ਦੇਣ ਜਾਂਦੇ ਨੇ, ਉਹ ਜਦੋਂ ਨਾਮ ਦੇ ਪਿੱਛੇ ਸਿੰਘ ਦੇਖਦੇ ਨੇ ਉਹ ਡਿਟੇਲਡ ਇੰਟਰਵਿਊ ਲੈਣ ਲੱਗ ਜਾਂਦੇ ਨੇ। ਕੀ ਪੜ੍ਹੇਗਾ, ਤੇਰਾ ਕੋਈ ਰਿਸ਼ਤੇਦਾਰ ਤਾਂ ਨਹੀਂ ਹੈਗਾ, ਫਲਾਣੀ ਕੰਟਰੀ ਦਾ ਨਹੀਂ ਹੈਗਾ, ਫਲਾਣੀ ਕੰਟਰੀ ਦਾ ਨਹੀਂ ਹੈਗਾ। ਉਹੀ ਜੇ ਬਿਹਾਰ ਦਾ ਸਟੂਡੈਂਟ ਹੋਵੇ ਜਾਂ ਕਿਸੇ ਵੀ ਹੋਰ ਸਟੇਟ ਦਾ ਸਟੂਡੈਂਟ ਹੋਵੇ, ਅਸੀਂ ਕਈ ਵਾਰ ਯੂਰਪ ਦੀ ਕੰਟਰੀਜ਼ ਦਿਨ ਦੀਆਂ 15 ਫਾਈਲਾਂ ਜਮ੍ਹਾਂ ਕਰਾਈਆਂ ਨੇ, ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ ਤੋਂ। तो जो नोटिस किया वा, सब तो ज़्यादा ਸਕਰੂਟਨੀ ਜਿਹੜੀ ਹੈਗੀ ਆ ਡਿਟੇਲਡ ਇੰਟਰਵਿਊ ਪੰਜਾਬ ਦੇ ਸਟੂਡੈਂਟਸ ਦੀ ਰਹੀ ਆ। ਜੰਮੂ ਕਸ਼ਮੀਰ ਦੇ ਸਟੂਡੈਂਟ ਸੀ, 2 ਚੀਜ਼ਾਂ ਭੇਜ ਕੇ ਤੌਰ ਤੇ, ਠੀਕ ਹੈ। ਹਿਮਾਚਲ ਦੇ ਸਟੂਡੈਂਟ ਸੀ, ਕੁਛ ਵੀ ਨਹੀਂ ਪਿੱਛਾ ਤੌਰ ਤੇ। ਪੰਜਾਬ ਵਾਲਿਆਂ ਤੋਂ ਡਿਟੇਲ 'ਚ ਪੁੱਛਿਆ, ਤੈਨੂੰ ਸਪਾਂਸਰ ਕਿਉਂ ਕਰ ਰਿਹਾ, ਤੂੰ ਆਹੀ ਕੰਟਰੀ ਕਿਉਂ ਚੁਣੀ, ਤੂੰ ਕੱਲ੍ਹ ਨੂੰ ਕੀ ਕਰੇਂਗਾ, ਤੇਰੇ ਕੋਲ ਪੈਸੇ ਕਿੰਨੇ ਹੈਗੇ ਨੇ, ਤੇਰੇ ਘਰ ਦੇ ਕੀ ਕਰਦੇ। ਕਿਉਂਕਿ ਇਹਨਾਂ ਦੀ ਥੋੜ੍ਹਾ ਜਿਹਾ ਇਹ ਜਿਹੜੇ ਨਵੇਂ ਸਟੂਡੈਂਟਸ ਕਰਕੇ ਰੈਪੂਟੇਸ਼ਨ ਨਹੀਂ ਬਣਦੀ, ਇਹ ਪੁਰਾਣਿਆਂ ਕਰਕੇ ਰੈਪੂਟੇਸ਼ਨ ਬਣਦੀ ਹੈ, ਜੋ ਪਹਿਲੇ ਗਏ ਹੋਏ ਨੇ। ਸੋ ਮੈਕਸੀਕੋ ਦੀ ਅੰਬੈਸੀ ਨੂੰ ਅੱਜ ਦੇ ਟਾਈਮ 'ਚ ਪਤਾ ਵਾ, ਅੱਧਾ ਪੰਜਾਬ ਨੂੰ ਜੇ ਮੈਕਸੀਕੋ ਔਨ ਅਰਾਈਵਲ ਵੀਜ਼ਾ ਕਰ ਦਈਏ, ਅੱਧੇ ਲੋਕਾਂ ਨੇ ਟਿਕਟਾਂ ਕਰਾ ਕੇ ਕੱਲ੍ਹ ਨੂੰ ਮੈਕਸੀਕੋ ਪਹੁੰਚਿਆ ਹੋਣਾ US ਐਂਟਰ ਹੋਣ ਲਈ। ਸੋ ਉਸ ਕਰਕੇ ਥੋੜ੍ਹਾ ਜਿਹਾ ਸਟ੍ਰਿਕਟ ਰਹਿੰਦਾ ਵਾ, ਪਰ ਜਦੋਂ ਤੁਸੀਂ ਉੱਥੇ ਜਾ ਕੇ ਅਪਲਾਈ ਕਰਦੇ ਹੋ, ਚੀਜ਼ਾਂ ਕਾਫੀ ਜ਼ਿਆਦਾ ਈਜ਼ੀ ਹੋ ਜਾਂਦੀਆਂ ਨੇ। ਜੋ ਤੁਸੀਂ ਡੋਂਕੀ ਪ੍ਰੋਸੀਜਰ ਕਿਹਾ ਸੀ ਮੈਕਸੀਕੋ ਦੇ ਲਈ, ਉਹਦੇ ਲਈ ਵੀ ਮੈਂ ਚਾਹਾਂਗਾ ਕਿ ਤੁਸੀਂ ਥੋੜ੍ਹਾ ਜਿਹਾ ਦਰਸ਼ਕਾਂ ਨੂੰ ਅਵੇਅਰ ਕਰੋ ਕਿ ਐਗਜ਼ੈਕਟਲੀ ਉਹ ਕੀ ਚੀਜ਼ਾਂ ਹੁੰਦੀਆਂ ਨੇ ਤੇ ਕਿਵੇਂ ਉਹਦੇ ਵਿੱਚ ਰਿਸਕ ਫੈਕਟਰ ਜਿਹੜਾ ਜ਼ਿਆਦਾ ਰਹਿੰਦਾ। ਉਹ ਚੀਜ਼ ਜਦੋਂ ਮੇਰੇ ਦਿਮਾਗ ਦੇ ਵਿੱਚ ਆਈ ਸੀ, ਸਾਡਾ ਇੱਕ ਸਟੂਡੈਂਟ ਹੁੰਦਾ ਸੀ, ਉਹਨੇ ਮਾਲਟਾ ਦੀ ਫਾਈਲ ਲਾਈ ਹੋਈ ਸੀ ਸਾਡੇ ਕੋਲ 4-5 ਲੱਖ ਦੇ ਬਜਟ 'ਚ। ਆਫਰ ਲੈਟਰ ਵੀ ਆ ਗਈ, ਅਸੀਂ ਉਹਨੂੰ ਕਹਿ ਰਹੇ ਸੀ ਫੀਸ ਪੇ ਕਰਕੇ ਆਪਣਾ ਅੱਗੇ ਪ੍ਰੋਸੈਸ ਕੰਟੀਨਿਊ ਕਰ ਲਾ। ਉਹ ਕਹਿੰਦਾ ਮੈਂ ਜਾਣਾ ਨਹੀਂ। ਨਾਮ ਖਿਆਲ ਦੇ ਵਿੱਚ ਸੀਗਾ, 2-4 ਦਿਨ ਬਾਅਦ ਸਾਰੇ ਚੈਨਲਾਂ 'ਚ ਉਹਦੀ, ਥੋੜ੍ਹੇ ਜਿਹੇ ਮਹੀਨਿਆਂ ਦੀ ਪਹਿਲਾਂ ਦੀ ਗੱਲ ਆ, ਖਬਰ ਆਈ ਸੀ ਕਿ ਉੱਥੋਂ ਡਿਪੋਰਟ ਹੋ ਕੇ ਵਾਪਸ ਆਇਆ ਵਾ, ਤੇ ਕਾਫੀ ਚੈਨਲਸ ਨੇ ਉਹਨੂੰ ਕਵਰ ਕੀਤਾ ਸੀਗਾ। ਹੁਣ ਉਰੇ ਉਹ 4-5 ਲੱਖ ਰੁਪਏ ਖਰਚ ਕੇ ਲੀਗਲ ਤਰੀਕੇ ਨਾਲ ਸਟੱਡੀ ਵੀਜ਼ਾ ਤੇ ਜਾ ਰਿਹਾ ਸੀ, ਤੇ ਉਹਦੀ ਪੜ੍ਹਾਈ ਵੀ ਵਧੀਆ ਸੀਗੀ। ਉਹਨੂੰ ਕੀ ਸ਼ਾਰਟਕਟ ਦਿਖਿਆ ਕਿ ਮੈਨੂੰ 2 ਦਿਨ ਦੇ ਵਿੱਚ ਵੀਜ਼ਾ ਮਿਲ ਰਿਹਾ। ਉਰੋਂ ਲੈਟਿਨ ਅਮਰੀਕਾ, ਜਿਵੇਂ ਯੂਰਪ, ਨਾਰਥ ਅਮਰੀਕਾ, ਸਾਊਥ ਅਮਰੀਕਾ, ਅਲੱਗ-ਅਲੱਗ ਕੰਟਰੀ ਹੈਗੀਆਂ ਨੇ। ਏਜੰਟ ਕੀ ਕਰਦੇ ਨੇ, ਤੁਹਾਨੂੰ ਕਹਿਣਗੇ ਇੱਥੋਂ ਨਿਕਰਗੁਆ ਚਲੇ ਜਾਓ, ਪੇਰੂ ਚਲੇ ਜਾਓ, ਬ੍ਰਾਜ਼ੀਲ ਚਲੇ ਜਾਓ, ਜਾਂ ਉੱਥੇ ਹੇਤੀ ਹੋ ਗਿਆ, ਡੋਮਿਨਿਕ ਰਿਪਬਲਿਕ ਹੋ ਗਿਆ, ਅਲੱਗ-ਅਲੱਗ ਦੇਸ਼ਾਂ ਤੁਹਾਨੂੰ ਭੇਜਣਗੇ। ਫਿਰ ਵਾਇਆ ਬਾਰਡਰ ਕਰਾਂਦੇ ਤੁਹਾਨੂੰ ਮੈਕਸੀਕੋ ਵਾੜਨਗੇ, ਫਿਰ ਮੈਕਸੀਕੋ ਕੰਧ ਟਪਾ ਕੇ ਤੁਹਾਨੂੰ US ਵਾੜਨਗੇ। ਉਹ ਰੂਟ ਕੀ ਹੁੰਦਾ, ਜੰਗਲਾਂ ਰਾਹੀਂ ਲੈ ਕੇ ਜਾਂਦੇ ਨੇ, 2-2 3-3 ਮਹੀਨੇ 4-4 ਮਹੀਨੇ ਲਾ ਕੇ ਲੈ ਕੇ ਜਾਂਦੇ ਨੇ। ਈਵਨ ਤੁਸੀਂ YouTube 'ਤੇ ਜਾ ਕੇ ਸਰਚ ਮਾਰ ਕਰ ਸਕਦੇ ਹੋ, ਬਹੁਤ ਸਾਰੇ ਇਹੋ ਜਿਹੇ ਤੁਹਾਨੂੰ ਇਨਫੋਰਮੇਸ਼ਨ ਉੱਥੇ ਮਿਲ ਜਾਣਗੇ। ਹੁਣ ਜੇ 20-25 ਲੱਖ ਰੁਪਇਆ ਖਰਚ ਕੇ ਹੀ ਜਾਣਾ ਵਾ ਇਲੀਗਲ ਰੂਟ 'ਚ, ਉਹਦੇ ਨਾਲ ਤੁਸੀਂ ਲੀਗਲ ਰੂਟ ਦੇ ਵਿੱਚ ਚਲੇ ਜਾਓ। ਬਹੁਤ ਵਧੀਆ ਆਪਸ਼ਨ ਹੈਗਾ। ਹੁਣ ਮੰਨ ਲਓ ਜੇ ਤੁਸੀਂ US ਵੀ ਸਟੱਡੀ ਵੀਜ਼ਾ 'ਤੇ ਜਾਣਾ, ਜੇ ਤੁਹਾਡੀ ਇੰਗਲਿਸ਼ ਅੱਛੀ ਆ, ਤੁਹਾਡੀ 5 ਸਾਲ ਦੀ ਫੀਸ 25 ਲੱਖ ਰੁਪਏ 'ਚ ਨਿਕਲ ਜਾਣੀ ਹੈ। ਬਟ ਹੁਣ ਪੰਗਾ ਕੀ, ਆਪਾਂ ਮਿਹਨਤ ਤੋਂ ਭੱਜਦੇ ਹਾਂ, ਆਪਾਂ ਟਾਈਮ ਤੋਂ ਭੱਜਦੇ ਹਾਂ। ਆਪਾਂ ਨੂੰ ਸਿਰਫ ਅੱਜ ਦੇ ਟਾਈਮ 'ਚ, ਜੇ ਤੁਸੀਂ 10 ਸਟੂਡੈਂਟ ਨੇ, 10 ਨੂੰ ਕਹਿ ਦਿਓ ਵੀ ਆਹ ਸ਼ਾਰਟਕਟ ਹੈਗਾ, ਡੋਂਕੀ ਲਾ ਕੇ US ਚਲੇ ਜਾਓ, ਇੱਕ ਮਿਹਨਤ ਕਰਕੇ ਮਹੀਨਾ 2 ਮਹੀਨਾ ਇੰਟਰਵਿਊ ਦੀ ਤਿਆਰੀ ਕਰਾ ਕੇ ਵੀਜ਼ਾ ਲੈ ਕੇ ਚਲੋ। 9 ਬੱਚੇ ਡੋਂਕੀ ਵਾਲਾ ਰਾਹ ਚੁਣਨਗੇ, 21 ਸਟੂਡੈਂਟ ਹੋਊਗਾ ਜਿਹੜਾ ਨਹੀਂ ਚੁਣੂਗਾ। ਪਰ ਜਿਹਨੂੰ ਰਿਜ਼ਲਟ ਮਿਲੂਗਾ ਉਹੀ ਸਟੂਡੈਂਟ ਹੋਊਗਾ ਜਿਹੜਾ ਮਿਹਨਤ ਵਾਲਾ ਰਾਹ ਅਪਣਾਊਗਾ। ਸੋ ਕੋਸ਼ਿਸ਼ ਕਰੋ, ਆ ਜਿਹੜੇ ਡੋਂਕੀਆਂ ਵਾਲੇ ਹੋ ਗਏ, ਇਹ ਸਾਰੇ ਕਾਮਯਾਬ ਨਹੀਂ ਹੁੰਦੇ ਹੈਗੇ। ਵਿਆਹਾਂ ਵਾਲੇ ਜਿਹੜੇ ਹੋ ਗਏ, ਮੈਂ ਆਪਣੇ ਕੰਮ 'ਚ ਰਹਿੰਦੇ ਹੋਏ ਸਾਨੂੰ ਹਰ ਤਰ੍ਹਾਂ ਦੇ ਲੋਕਾਂ ਦੇ ਫੋਨ ਆਉਂਦੇ ਨੇ ਸਰਕਲ ਦੇ ਵਿੱਚੋਂ, ਉੱਦਾਂ ਸੁਣਨ ਦੇ ਵਿੱਚ ਆਉਂਦਾ ਜਿਹੜੇ ਆ ਸੈਟਿੰਗ ਵਾਲੇ ਵਿਆਹ ਕਾਮਯਾਬ ਹੁੰਦੇ ਨੇ। ਬਟ ਜੋ ਮੇਰੀ ਨਿਗਾਹ 'ਚ ਮੈਂ ਦੇਖਿਆ ਵਾ, 10 ਚੋਂ 8 ਜਿਹੜੇ ਹੋ ਗਏ ਉਹਨਾਂ ਦੇ ਕਲੇਸ਼ ਹੀ ਪਏ ਨੇ, ਸਿਰੇ ਨਹੀਂ ਚੜ੍ਹੇ ਹੈਗੇ। ਠੀਕ ਹੈ। ਸੋ ਕੋਸ਼ਿਸ਼ ਕਰੋ, ਇੱਕ ਦਿਨ ਜਿਹਨੇ ਜੇ ਪੈਸੇ ਨਹੀਂ ਲੱਗਣੇ ਫਿਰ ਵਿਆਹ ਕਰਾਉਣ ਵਾਲਾ ਰੂਟ ਵਧੀਆ ਵਾ। ਜੇ ਪੈਸੇ ਨਹੀਂ ਲੱਗਣੇ ਫਿਰ ਡੋਂਕੀ ਵਾਲਾ ਰੂਟ ਵਧੀਆ। ਪੈਸੇ ਵੀ 3 ਗੁਣਾ 4 ਗੁਣਾ 5 ਗੁਣਾ 10 ਗੁਣਾ ਖਰਚਣੇ, ਰਿਸਕ ਵੀ ਲੈਣਾ। ਉਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋ ਤੁਸੀਂ ਉਰੇ 25 ਲੱਖ ਰੁਪਏ ਉਰੇ ਲਾ ਕੇ ਆਪਣੀ ਦੁਕਾਨ ਜਾਂ ਕੋਈ ਕੰਮ ਖੋਲ੍ਹ ਲਓ, ਤੁਸੀਂ ਉੱਥੇ ਨਾਲੋਂ ਵੱਧ ਪੈਸੇ ਕਮਾ ਲਓਗੇ। FD ਕਰਾ ਦਿਓ ਤਾਂ ਵੀ ਉਹਦੇ ਨਾਲੋਂ ਵੱਧ ਪੈਸੇ ਬਣ ਜਾਣਗੇ। ਸੋ ਕੋਸ਼ਿਸ਼ ਕਰੋ ਰਿਸਕ ਵਾਲੇ ਜਿਹੜੇ ਇਨਵੋਲਵ ਹੋ ਗਏ ਪਾਰਟ, ਜਾਂ ਜਿਹੜੇ ਆ ਇਲੀਗਲ ਚੀਜ਼ਾਂ ਹੋ ਗਈਆਂ, ਉਹ ਥੋੜ੍ਹੀ ਜਿਹੀਆਂ ਅਵੋਇਡ ਕਰੋ।
ਕਿਉਂਕਿ ਮੇਰੇ ਖਿਆਲ ਨਾਲ ਸਿਰਫ ਪੈਸੇ ਦਾ ਨੁਕਸਾਨ ਨਹੀਂ ਹੈਗਾ, ਇੱਥੇ ਸਮੇਂ ਦਾ ਨੁਕਸਾਨ ਹੈ। ਤੁਸੀਂ ਆਪਣੀ ਲਾਈਫ ਦਾ ਇੱਕ ਅਹਿਮ ਪਾਰਟ ਜਿਹੜਾ ਹੈਗਾ, ਟਾਈਮ ਜਿਹੜਾ ਹੈਗਾ ਉਹ ਗਵਾ ਦਿੰਦੇ ਹੋ। ਉਸ ਦੇ ਨਾਲ ਨਾਲ ਜਿਹੜੀ ਤੁਸੀਂ ਟੈਨਸ਼ਨ ਦੇ ਵਿੱਚ ਆਉਂਦੇ ਹੋ ਜਾਂ ਤੁਹਾਡਾ ਮੈਂਟਲੀ ਜਿਹੜਾ ਤੁਸੀਂ ਹਰਾਸ ਹੁੰਦੇ ਹੋ, ਉਹ ਅਲੱਗ ਚੀਜ਼ ਹੁੰਦੀ ਹੈ। ਸੋ ਕਈ ਤਰ੍ਹਾਂ ਦੇ ਇੱਦਾਂ ਦੇ ਜਿਹੜੇ ਨੁਕਸਾਨ ਨੇ। ਅੱਛਾ, ਜਿਵੇਂ ਤੁਸੀਂ ਗੱਲ ਕਰ ਰਹੇ ਸੀਗੇ ਕਿ 10 ਦੇ ਵਿੱਚੋਂ ਸ਼ਾਇਦ 2 ਹੀ ਜਾਂ ਇੱਕੋ ਹੀ ਜਿਹੜਾ ਜੈਨੂਅਨ ਰਾਹ ਚੁਣੂਗਾ, ਬਾਕੀ ਦੇ ਉਹ ਅਗੇਨ ਇੱਥੇ ਉਹ ਡੈਸਪਰੇਸ਼ਨ ਵਾਲੀ ਗੱਲ ਆ ਜਾਂਦੀ ਹੈ। ਕਿਤੇ ਨਾ ਕਿਤੇ ਉਹ ਇੱਕ ਡੈਸਪਰੇਸ਼ਨ ਜਿਹੜੀ ਹੈਗੀ ਹੈ ਕਿ ਅਸੀਂ ਕਿਸੇ ਵੀ ਰਸਤੇ ਨੂੰ ਚੁਣ ਕੇ ਫਟਾਫਟ ਪਹੁੰਚੀਏ, ਸੋ ਉਹ ਕਿਤੇ ਨਾ ਕਿਤੇ ਸਾਨੂੰ ਗਲਤ ਰਾਹ ਲੈ ਜਾਂਦੀ ਹੈ। ਇਹੀ ਕਾਰਨ ਆ, ਤੁਸੀਂ ਦੇਖੋਗੇ ਜਿੰਨੀਆਂ ਅਮਰੀਕਾ ਦੇ ਨੇੜੇ ਕੰਟਰੀਆਂ ਲੱਗਦੀਆਂ ਨੇ, ਯੂਰਪ ਸ਼ੈਨਿੰਗਨ ਦੇ ਨੇੜੇ ਰੋਮੇਨੀਆ, ਬੁਲਗੇਰੀਆ, ਰਸ਼ੀਆ, ਯੂਕਰੇਨ ਹੋ ਗਿਆ, ਬੋਸਨੀਆ ਹੋ ਗਿਆ, ਸਾਈਪਰਸ, ਇਹਨਾਂ ਦੀ ਜੇਲ੍ਹਾਂ ਦੇ ਵਿੱਚ, ਈਵਨ ਟਰਕੀ ਹੋ ਗਿਆ, ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬੀ ਜੇਲ੍ਹਾਂ ਦੇ ਵਿੱਚ ਹੈਗੇ ਨੇ। ਕਾਰਨ ਇਲੀਗਲ ਐਂਟਰੀ ਕਰਦੇ ਪਕੜੇ ਗਏ। ਮੇਰੇ ਬਹੁਤ ਸਾਰੇ ਪੁਰਾਣੇ ਸਟੂਡੈਂਟ ਯੂਰਪ ਭੇਜੇ, 8-8 10-10 12-12 ਸਾਲ ਪੁਰਾਣੇ ਦੱਸਦੇ ਨੇ। ਗਰੀਸ ਹੋ ਗਿਆ, ਬਹੁਤ ਸਾਰੀ ਕੰਟਰੀਆਂ ਹੈਗੀਆਂ, ਹੰਗਰੀ ਹੋ ਗਿਆ, ਜੇਲ੍ਹਾਂ ਦੇ ਵਿੱਚ ਪੰਜਾਬੀ ਹੈਗੇ। ਹੁਣ ਜਦੋਂ USA 2 ਨੰਬਰ 'ਚ ਐਂਟਰ ਹੁੰਦੇ ਹੋ, ਜਦੋਂ ਪੁਲਿਸ ਪਕੜ ਲੈਂਦੀ ਹੈ, ਉਹ ਪੈਰਾਂ ਦੇ ਵਿੱਚ ਉਹ ਪਾ ਦਿੰਦੇ ਨੇ ਤੁਹਾਡੇ, ਜਿੱਥੇ ਤੁਸੀਂ ਲੋਕੇਸ਼ਨ ਟਰੈਕਰ ਰੱਖਦੇ ਨੇ, ਉਸ ਏਰੀਏ ਤੋਂ ਤੁਸੀਂ ਬਾਹਰ ਨਹੀਂ ਜਾ ਸਕਦੇ। ਇਹੋ ਜਿਹੀ ਜ਼ਿੰਦਗੀ ਦਾ ਜਾਂ ਇਹੋ ਜਿਹੇ ਬਾਹਰ ਜਾਏ ਦਾ ਮੇਰੇ ਹਿਸਾਬ ਨਾਲ ਕੋਈ ਫਾਇਦਾ ਨਹੀਂ ਹੈਗਾ। ਆਪਣੀ ਜਾਨ ਮਾਲ ਤੋਂ ਵੱਧ ਕੇ ਜਾਂ ਆਪਣੀ ਇੱਕ ਵਧੀਆ ਲਾਈਫ ਤੋਂ ਵੱਧ ਕੇ ਕੋਈ ਬਾਹਰ ਜਾ ਕੇ ਉੱਥੇ ਤੁਹਾਨੂੰ ਇਹ ਤਾਂ ਹੈ ਨਹੀਂ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਰੱਖ ਲੈਣਾ ਵਾ, ਜਾਂ ਤੁਹਾਨੂੰ ਮਹੀਨੇ ਦਾ 5 ਲੱਖ ਰੁਪਏ ਸਿਰਫ ਇਸ ਕਰਕੇ ਦੇਣ ਲੱਗ ਜਾਣਗੇ ਕਿ ਤੁਸੀਂ ਇੰਨਾ ਜੋਖਮ ਲਾ ਕੇ ਸਾਡੇ ਦੇਸ਼ 'ਚ ਪਹੁੰਚੇ ਹੋ। USA ਜਾਣੇ ਕੋਈ ਛੋਟਾ ਮੁਲਕ ਤਾਂ ਹੈ ਨਹੀਂ ਗਾ, 33 ਕਰੋੜ ਉਹਦੀ ਆਬਾਦੀ ਹੈਗੀ ਆ। ਸੋ ਲੀਗਲ ਰਾਹ ਚੁਣੋਗੇ, ਰਿਜ਼ਲਟ ਲੇਟ ਜ਼ਰੂਰ ਮਿਲੇਗਾ ਬਟ ਦੇਸ਼ ਫਿਰ ਮਿਲੇਗਾ ਜ਼ਰੂਰ। ਸੋ ਲਾਸਟ ਵਿੱਚ ਮੈਂ ਇਹੀ ਪੁੱਛਣਾ ਚਾਹਾਂਗਾ ਕਿ ਯੂਰੋਕੈਨ ਗਲੋਬਲ ਸਟੂਡੈਂਟਸ ਲਈ, ਦਰਸ਼ਕਾਂ ਲਈ ਕਿਵੇਂ ਸਪੈਸ਼ਲ ਹੋ ਸਕਦਾ ਹੈ ਇਨ ਯੋਰ ਵਰਡਸ, ਇਨ ਫਿਊ ਵਰਡਸ, ਉਹ ਮੈਂ ਚਾਹਾਂਗਾ ਕਿ ਤੁਸੀਂ ਖੁਦ ਐਕਸਪਲੇਨ ਕਰੋ। ਜੀ, ਕਿਸੇ ਵੀ ਕੰਟਰੀ ਪੜ੍ਹਨ ਲਈ ਜਾਣਾ ਚਾਹੁੰਦੇ ਹੋ, ਵੀ ਵੋਂਟ ਸੇ ਕਿ ਅਸੀਂ ਬੈਸਟ ਹੈਗੇ ਹਾਂ ਜਾਂ ਸਭ ਤੋਂ ਵਧੀਆ ਗਾਈਡ ਕਰਦੇ ਹਾਂ ਜਾਂ ਸਭ ਤੋਂ ਪਰਫੈਕਟ ਹੈਗੇ ਹਾਂ। ਤੁਸੀਂ ਆਪਣੀ ਜ਼ਰੂਰਤ ਦੇ ਹਿਸਾਬ ਨਾਲ, ਆਪਣੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਸਾਡੀ ਪੈਨ ਇੰਡੀਆ ਬ੍ਰਾਂਚਸ ਹੈਗੀਆਂ ਨੇ, ਕਿਤੇ ਵੀ ਵਿਜ਼ਿਟ ਕਰ ਸਕਦੇ ਹੋ। ਇੱਕ ਚੀਜ਼ ਜੋ ਅਸੀਂ ਅਸ਼ੋਰੈਂਸ ਦੇ ਸਕਦੇ ਹਾਂ, 12 ਸਾਲ ਦਾ ਜੋ ਤਜਰਬਾ ਹੈਗਾ, ਇੱਕ ਪ੍ਰੈਕਟਿਸ ਹੈਗੀ, ਇੱਕ ਨੌਲੇਜ ਹੈਗਾ ਵਾ, ਇੱਕ ਐਕਸਪੀਰੀਅੰਸ ਬਹੁਤ ਵਧੀਆ ਡਿਵੈਲਪ ਹੋ ਚੁੱਕਾ ਹੋਇਆ ਆਲਮੋਸਟ ਸਾਰੀ ਕੰਟਰੀਜ਼ ਦਾ। ਸੋ ਮੈਂ ਇਹ ਨਹੀਂ ਕਹਿੰਦਾ ਕਿ ਸਿਰਫ ਮਹਿੰਗੀ ਕੰਟਰੀਆਂ 'ਚ, ਕਿਉਂਕਿ ਕੈਨੇਡਾ, UK, ਆਸਟ੍ਰੇਲੀਆ ਕੌਣ ਜਾ ਸਕਦਾ ਜਿਨ੍ਹਾਂ ਕੋਲ 5-5 10-10 15-15 20-20 ਲੱਖ ਰੁਪਏ ਹੈਗਾ। ਮੇਰੇ ਕੋਲ ਉਹ ਵੀ ਸਟੂਡੈਂਟ ਭਾਵੇਂ ਆ ਜਾਵੇ ਜਿਹਦਾ ਬਜਟ ਹੀ ਸਾਲ ਦਾ ਲੱਖ ਰੁਪਏ ਹੈਗਾ, ਉਹਦੇ ਵਾਸਤੇ ਵੀ ਆਪਸ਼ਨਸ ਅਵੇਲੇਬਲ ਹੈਗੇ ਨੇ। ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਮੇਰੀ ਕੀ ਪੜ੍ਹਾਈ ਕੀਤੀ ਹੋਈ ਆ, ਮੇਰੇ ਕਿੰਨੇ ਪੈਸੇ ਖਰਚਣੇ ਨੇ, ਮੇਰੇ ਅੱਗੇ ਜ਼ਿੰਦਗੀ ਦੇ ਕੀ ਫਿਊਚਰ ਪਲਾਨ ਹੈਗੇ ਨੇ। ਐਜ਼ ਅ ਕੰਸਲਟੈਂਟ ਜੋ ਸਾਡੇ ਕੋਲ ਬੈਸਟ ਪੋਸੀਬਲ ਹੋ ਪਾਏ ਤੁਹਾਡੀ ਜ਼ਿੰਦਗੀ ਦੀ ਰਾਹ ਨੂੰ ਵਧੀਆ ਦਿਖਾਉਣ ਲਈ, ਬਾਹਰ ਜਾਣ ਦਾ ਸੁਪਨਾ ਪੂਰਾ ਕਰਨ ਲਈ, ਉਹ ਆਪਣੇ ਵੱਲੋਂ ਅਸੀਂ ਪੂਰੀ ਕੋਸ਼ਿਸ਼ ਕਰਾਂਗੇ। ਪਰ ਵੀਜ਼ਾ 100% ਨਹੀਂ ਹੈਗੇ, ਵੀਜ਼ਾ ਤੁਹਾਡੀ ਆਪਣੀ ਕਾਬਲੀਅਤ ਦੇ ਆਧਾਰ 'ਤੇ ਆਉਣਾ। ਹਾਂ, ਜੇ ਤੁਸੀਂ ਵੀ 100% ਕੋਸ਼ਿਸ਼ ਕਰੋਗੇ, ਅਸੀਂ ਵੀ 100% ਕੋਸ਼ਿਸ਼ ਕਰਾਂਗੇ, ਵੀਜ਼ਾ ਜ਼ਰੂਰ ਮਿਲੇਗਾ। ਜੀ, ਔਰ ਇਹ ਬਹੁਤ ਅੱਛੀ ਗੱਲ ਤੁਸੀਂ ਕਹੀ ਹੈ ਕਿ ਜਿਵੇਂ ਮਤਲਬ ਹਰ ਇੱਕ ਦੇ ਲਈ ਤੁਹਾਡੇ ਕੋਲ ਆਪਸ਼ਨ ਹੈ ਅਤੇ ਤੁਸੀਂ ਉਸ ਚੀਜ਼ ਨੂੰ ਗਾਈਡ ਕਰ ਸਕਦੇ ਹੋ। ਅਮਨ ਜੀ, ਜਿਹੜੀ ਇਹ ਚੀਜ਼ ਹੈ ਨਾ ਕਿ ਗਾਈਡ ਕਰਨਾ, ਆਪਸ਼ਨਸ ਦੇਣਾ, ਔਰ ਇਹੀ ਮੇਰੇ ਖਿਆਲ ਨਾਲ ਇੱਕ ਕੰਸਲਟੈਂਟ ਦਾ ਐਕਚੁਅਲ ਰੋਲ ਹੁੰਦਾ ਹੈ। ਜੀ ਬਿਲਕੁਲ ਬਿਲਕੁਲ, ਆਹੀ ਉਹੀ ਸਮਝਣਾ, ਸਲਾਹਕਾਰ ਆ ਉਹ, ਕੋਈ ਉਹ ਤਾਂ ਹੈ ਨਹੀਂ ਗਾ ਰੱਬ ਜਾਂ ਕੋਈ ਮੰਤਰ ਪੜ੍ਹਨ ਵਾਲਾ ਜਾਂ ਕੋਈ ਤਾਂਤਰਿਕ ਹੋ ਗਿਆ। ਜਿਵੇਂ ਤੁਸੀਂ ਤਾਂਤਰਿਕਾਂ ਦੀਆਂ ਆਪਾਂ ਐਡਾਂ ਦੇਖਦੇ ਹਾਂ, ਉਹ ਅਲੱਗ-ਅਲੱਗ ਚੀਜ਼ਾਂ ਕੈਟਾਗਰੀਆਂ ਲਿਖੀਆਂ ਹੁੰਦੀਆਂ। ਹੁਣ ਉਹ ਵੀ ਉਹੀ ਡੈਸਪਰੇਸ਼ਨ ਨੂੰ ਖਾਲੀ ਇਮੀਗ੍ਰੇਸ਼ਨ ਵਾਲੇ ਨਹੀਂ ਕਵਰ ਕਰ ਰਹੇ। ਤੁਸੀਂ ਜਿਹੜੇ ਚੈਨਲਾਂ 'ਤੇ ਐਡ ਦੇਖੋਗੇ, ਬਾਬੇ ਵੀ ਉਹਨੂੰ ਕੈਚ ਕਰ ਰਹੇ ਨੇ। ਕਈ ਥਾਵਾਂ 'ਤੇ ਮੰਦਿਰ ਬਣੇ ਹੋਏ ਨੇ ਵੀ ਇੱਥੇ ਤੁਸੀਂ ਮੱਥਾ ਟੇਕੋਗੇ, ਬਾਹਰ ਜਾਣ ਦਾ ਕੰਮ ਤੁਹਾਡਾ ਛੇਤੀ ਹੋ ਜਾਊਗਾ। ਹਰ ਕੋਈ ਫੀਲਡ ਇਸ ਚੀਜ਼ ਨੂੰ ਕੈਪਚਰ ਕਰ ਰਿਹਾ। ਐਸਟਰੋਲੋਜਰ ਵੀ ਕਰ ਰਹੇ ਨੇ, ਟਿਕਟਾਂ ਵਾਲੇ ਵੀ ਕਰ ਰਹੇ ਨੇ, ਸਕੂਲ ਕਾਲਜਸ ਨੇ ਅੱਜ ਕੱਲ੍ਹ ਆਪਣੇ ਸਟੱਡੀ ਅਬਰੋਡ ਸੈਂਟਰ ਕਾਲਜਸ ਦੇ ਵਿੱਚ ਖੋਲ੍ਹਤੇ ਨੇ। ਮੇਰੇ ਹਿਸਾਬ ਨਾਲ ਕੋਈ ਕਾਲਜ ਨਹੀਂ ਹੈਗਾ ਪੰਜਾਬ ਦਾ ਜਿਹਨੇ ਆਪਣੇ ਕੈਂਪਸ ਦੇ ਵਿੱਚ ਨਾ ਖੋਲ੍ਹਿਆ। ਸੋ ਇੱਕ ਬਾਹਰ ਜਾਣ ਦੀ ਤਲਬ ਹੋ ਗਈ, ਡੈਸਪਰੇਸ਼ਨ ਸਾਰੀਆਂ ਇੰਡਸਟਰੀਆਂ ਕਵਰ ਕਰ ਰਹੀਆਂ ਨੇ, ਖਾਲੀ ਇਮੀਗ੍ਰੇਸ਼ਨ ਵਾਲੇ ਕਵਰ ਨਹੀਂ ਕਰ ਰਹੇ ਹੈਗੇ। ਜੀ, ਬਹੁਤ ਬਹੁਤ ਧੰਨਵਾਦ। ਤੁਸੀਂ ਬੜੇ ਤਰੀਕੇ ਦੇ ਨਾਲ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਹੈ ਅਤੇ ਮੇਰੇ ਖਿਆਲ ਨਾਲ ਉਹਨਾਂ ਨੂੰ ਇਹ ਬਹੁਤ ਹੈਲਪਫੁਲ ਹੋਏਗੀ। ਸੋ ਇਸੇ ਦੇ ਨਾਲ ਸਾਡੀ ਵੀ ਬੈਸਟ ਵਿਸ਼ੇਜ਼ ਨੇ ਤੁਹਾਡੇ ਨਾਲ। ਜਿਸ ਤਰੀਕੇ ਨਾਲ ਤੁਸੀਂ ਇੱਕ ਪਿਓਰਿਟੀ ਦੇ ਨਾਲ ਕੰਮ ਕਰ ਰਹੇ ਹੋ, ਰੱਬ ਕਰੇ ਬਹੁਤ ਸਕਸੈਸ ਮਿਲੇ ਉਸ ਦੇ ਵਿੱਚ, ਅਤੇ ਇਸੇ ਤਰੀਕੇ ਨਾਲ ਜਿਹੜੇ ਸਟੂਡੈਂਟ ਜਾਣਾ ਚਾਹੁੰਦੇ ਨੇ ਜੈਨੂਅਨ ਵੇ ਦੇ ਨਾਲ, ਉਹਨਾਂ ਨੂੰ ਵੀ ਚੰਗੇ ਰਾਹ ਮਿਲਣ। ਥੈਂਕ ਯੂ ਸੋ ਮਚ ਜੀ। ਸੋ ਇਹ ਸੀਗੇ ਜੀ ਸਾਡੇ ਨਾਲ ਅਮਨ ਜੀ, ਜੋ ਯੂਰੋਕੈਨ ਗਲੋਬਲ ਦੇ ਡਾਇਰੈਕਟਰ ਨੇ। ਸੋ ਉਹਨਾਂ ਨੇ ਸਾਨੂੰ ਐਕਸਪਲੇਨ ਕੀਤਾ ਕਿ ਕਿਸ ਤਰੀਕੇ ਨਾਲ ਤੁਸੀਂ ਆਪਣਾ ਸਟੂਡੈਂਟ ਵੀਜ਼ਾ ਵਧੀਆ ਤਰੀਕੇ ਨਾਲ ਲਵਾ ਸਕਦੇ ਹੋ। ਤਾਂ ਇਸ ਦੇ ਨਾਲ ਹੀ ਮੈਂ ਤੁਹਾਡੇ ਤੋਂ ਇੱਥੇ ਇਜਾਜ਼ਤ ਚਾਹਾਂਗਾ। ਅਗਲੀ ਵਾਰੀ ਫੇਰ ਮਿਲਾਂਗੇ, ਇਮੀਗ੍ਰੇਸ਼ਨ ਦੇ ਮੁੱਦਿਆਂ ਦੇ ਉੱਤੇ ਕੁਝ ਹੋਰ ਗੱਲਬਾਤ ਕਰਾਂਗੇ, ਹੋਰ ਜਾਣਕਾਰੀ ਲੈ ਕੇ ਆਵਾਂਗੇ। ਤਦ ਤੱਕ ਮੈਂ ਸ਼ੇਖਰ ਰਾਏ ਤੁਹਾਡੇ ਤੋਂ ਇਜਾਜ਼ਤ ਚਾਹੁੰਦਾ। ਸਤਿ ਸ਼੍ਰੀ ਅਕਾਲ।